ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਮਹਿਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੋਕ ਮਹਲਾ ਪੰਜਵਾ। ਮਾਨਸੋ ਰਾਗ ਸਰੰਗੜੇ, ਆਲਾਪਨ ਸਭ ਦਿਖ ਜਾਏ। ਧਨ ਸੁਜਨ ਸੁਹਾਵੜੇ, ਜੋ ਗੁਰਮੁਖ ਜਨ ਨਾਉ। ਧਨ ਸੋ ਰਾਗ ਸੁਰੰਗੜੇ, ਆਲਾਪਨ ਸਭ ਦਿਖ ਜਾਏ। ਧਨ ਸੁਜਨ ਸੁਹਾਵੜੇ, ਜੋ ਗੁਰਮੁਖ ਜਪਦੇ ਨਾਉ। ਜਿਨੀ ਇੱਕ ਮਨ ਇੱਕ ਅਰਾਧਿਆ, ਤਿਨ ਸਤ ਬਲਿਹਾਰੇ ਜਾਓ। ਤਿਨ ਕੀ ਧੂੜ ਹਮ ਬਾਸ਼ਦੇ, ਕਰਮੀ ਪੱਲੇ ਪਾਏ। ਜੋ ਰੰਤੇ ਰੰਗ ਗੋਬਿੰਦ ਕੈ, ਹਉ ਤਿਨ ਬਲਿਹਾਰੇ ਜਾਓ। ਆਖਾ ਬਿਰਥਾ ਜੀ ਅਗੀ, ਹਰ ਸੱਜਣ ਮੇਲੋ ਰਾਏ। ਗੁਰ ਪੂਰੈ ਮੇਲ ਆਇਆ, ਜਨਮ ਮਰਨ ਦੁਖ ਜਾਏ। ਜਨ ਨਾਨਕ ਪਾਇਆ ਰੂਪ, ਅੰਤ ਨ ਕਾਹੂ ਜਾਏ। ਮਹਲਾ ਪੰਜਵਾ। ਧਨ ਸੁਬੇਲਾ ਘੜੀ ਧਨ, ਧਨ ਮੂਰਤ ਫਲ ਸਾਰ। ਧਨ ਸੁਦਨ ਸੰਜੋਗੜਾ, ਇਤ ਡਿਠਾ ਗੁਰ ਦਰਸਾਰ। ਮਨ ਕੀਆ ਇੱਛਾ ਪੂਰੀਆਂ, ਹਰ ਪਾਇਆ ਅਗਮੇ ਪਾਰ। ਹਉ ਮੈਂ ਟੁੱਟਾ ਮੋਹੜਾ, ਇਕ ਸੱਚ ਨਾਮ ਆਧਾਰ। ਜਨ ਨਾਨਕ ਲਗਾ ਸੇਵਹਾਰ, ਉਦਰਿਆ ਸਗਲ ਸੰਸਾਰ ਪੌੜੀ।
ਫਿਰਤ ਸਲਾਹਣ ਭਗਤ ਫਿਰਲੇ ਦਿੱਤੀਆਂ ਸੌਂਪੇ ਜਿਸ ਭੰਡਾਰ ਫਿਰ ਕੁਛ ਨਾ ਲੀਤੀਆਂ ਇਸਨੋਂ ਲੱਗਾ ਰੰਗ ਸੇ ਰੰਗ ਰਤਿਆ ਕੋਨਾ ਇੱਕੋ ਨਾਮ ਆਧਾਰ ਇੱਕਾ ਉਨਤਿਆ ਕੋਨਾ ਪਿੱਛੇ ਜਗ ਪੁੰਚੈ ਭੁਗਈ ਕੋਨਾ ਪਿਆਰਾ ਰਖ ਕੋਨਾ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਮਲਿਹਾਰੀ ਤਿਨ ਇਕ ਸਮੈ ਭਾਣਿਆ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਮਲਿਹਾਰੀ ਤਿਨ ਇਕ ਸਮੈ ਭਾਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਦਇਆਲਤਾ ਕਿਰਪਾਲਤਾ ਮਿਹਰਾਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਛੋਹ ਨਾਲ ਪਾਵਨ ਹੋਈ ਧਰਤੀ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸੁਲਤਾਨਪੁਰ ਲੋਧੀ ਦੀ ਇਹ ਨਗਰੀ ਜਿਸ ਦੇ ਕਣ ਕਣ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੀ ਚਰਨ ਛੋਹ ਬਖਸ਼ ਕੇ ਪਾਵਨ ਕੀਤਾ ਹੈ। ਗੁਰੂ ਸਾਹਿਬ ਜੀ ਕਾ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਗੁਰੂ ਮਹਾਰਾਜ ਸਾਹਿਬ ਜੀ ਕੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਗੁਰਸਿੱਖ ਸੰਗਤਾਂ ਨੇ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤਮਈ ਦਰਸ਼ਨ ਪ੍ਰਾਪਤ ਕੀਤੇ। ਸਤ ਸੰਗਤ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਘੜੀਆਂ ਸਫਲੀਆਂ ਕੀਤੀਆਂ ਹਨ। ਲੜੀਵਾਰ ਰੂਪ ਵਿੱਚ ਮਹਾਰਾਜ ਸਾਹਿਬ ਜੀ ਰਾਮਕਲੀ ਰਾਗ ਦੀ ਦੂਸਰੀ ਵਾਰ ਦੇ ਅੰਦਰ ਅੱਜ ਦਾ ਪਵਿੱਤਰ ਉਪਦੇਸ਼ ਜੋ ਬਖਸ਼ਿਸ਼ ਕਰ ਰਹੇ ਹਨ। 998 ਅੰਗ ਤੇ 58 ਅੰਗ ਤੇ ਮਹਾਰਾਜ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਸੋਭਨੀਕ ਹੈ। ਗਰੀਬ ਨਵਾਜ ਸਤਿਗੁਰੂ ਜੀ ਅੱਜ ਦਾ ਜੋ ਇਹ ਪਵਿੱਤਰ ਉਪਦੇਸ਼ ਜੋ ਚੌਥੀ ਪੌੜੀ ਸ਼ਲੋਕਾਂ ਦੇ ਸਹਿਤ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਸੋ 958 ਅੰਗ ਤੇ ਆਪ ਜੀ ਕਿਰਪਾਲਤਾ ਕਰ ਰਹੇ ਹਨ। ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਰਹਿਮਤ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਧੰਨ ਸੋ ਰਾਗ ਸੁਰੰਗੜੇ। ਗੁਰੂ ਮਹਾਰਾਜ ਸਾਹਿਬ ਜੀ ਕੀ ਪਾਵਨ ਹਜ਼ੂਰੀ ਅੰਦਰ ਰਾਗਾਂ ਨੇ ਆ ਕਰਕੇ ਮਹਾਰਾਜ ਸਾਹਿਬ ਜੀ ਦਾ ਜਸ ਗਾਇਆ ਹੈ। ਰਾਗਾਂ ਦੇ ਵੀ ਸਾਧ ਸੰਗਤ ਜੀ ਆਪਣੇ ਸਰੂਪ ਹਨ। ਰਾਗ ਆਏ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ, ਰਾਗਾਂ ਨੇ ਆਪਣਾ ਆਪਣਾ ਆ ਕਰਕੇ ਰਾਗ ਗਾਉਣਾ ਕੀਤਾ ਹੈ, ਮਹਾਰਾਜ ਸਾਹਿਬ ਜੀ ਦਾ ਜਸ ਗਾਇਆ ਹੈ। ਰਾਗ ਰਾਗਾਂ ਦੇ ਘਰ ਵਾਲੀਆਂ ਰਾਗਣੀਆਂ ਉਹਨਾਂ ਦੇ ਪੁੱਤਰ ਹਨ।
ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਸਫਲ ਕਰੋ ਔਰ ਸਾਡੀ ਵੀ ਮਰਿਆਦਾ ਕਾਇਮ ਕਰੋ, ਸਾਨੂੰ ਵੀ ਆਪਣੇ ਚਰਨਾਂ ਵਿੱਚ ਥਾਂ ਦਿਓ। ਤਾਂ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਆਗਿਆ ਕੀਤੀ ਵੀ ਇਹ ਜਿੰਨੇ ਰਾਗ ਰਾਗਣੀਆਂ ਉਹਨਾਂ ਦਾ ਪਰਿਵਾਰ ਆਇਆ ਹੈ, ਇਹਨਾਂ ਸਾਰਿਆਂ ਦੇ ਨਾਮ ਲਿਖੋ। ਜਿਵੇਂ ਜਿਵੇਂ ਰਾਗਾਂ ਨੇ ਆਪਣੀ ਹਾਜ਼ਰੀ ਲਵਾਈ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਉਹ ਰਾਗਾਂ ਦਾ ਸਾਰਾ ਨਾਮ ਲਿਖਿਆ। ਰਾਗਮਾਲਾ ਦੇ ਅੰਦਰ ਸਾਰਾ ਜ਼ਿਕਰ ਆਉਂਦਾ ਹੈ। ਇੱਕ ਇੱਕ ਰਾਗ, ਪੰਜ ਪੰਜ ਰਾਗਣੀਆਂ, ਅੱਠ ਅੱਠ ਪੁੱਤਰ, ਰਾਗ ਏਕ ਸੰਗ ਪੰਚ ਬਰੰਗਨ, ਸੰਗ ਆਲਾਪਹਿ ਆਠੋ ਨੰਦਨ। ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੇ ਰਾਗਾਂ ਦੀ ਹਾਜ਼ਰੀ ਔਰ ਸਾਰਿਆਂ ਨੂੰ ਗਰੀਬ ਨਵਾਜ਼ ਸਾਹਿਬ ਜੀ ਨੇ ਨਿਹਾਲ ਕਰਤਾਰਥ ਕੀਤਾ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਇਹ ਰਾਗਾਂ ਨੂੰ ਵੀ ਧਨਤਾ ਦੇ ਯੋਗ ਬਣਾ ਦਿੱਤਾ ਹੈ। ਔਰ ਇੱਥੇ ਆਪ ਜੀ ਫਰਮਾ ਰਹੇ ਹਨ, ਧਨ ਸੋ ਰਾਗ ਸੁਰੰਗੜੇ। ਧਨਤਾ ਯੋਗ ਹਨ ਉਹ ਰਾਗ, ਤੇ ਰਾਗਾਂ ਦੇ ਸੁਰੰਗੜੇ ਨਾਮ ਹੈ ਪੁੱਤਰਾਂ ਦਾ। ਰਾਗਾਂ ਦੇ ਪੁੱਤਰ, ਰਾਗਾਂ ਦਾ ਪਰਿਵਾਰ ਵੀ ਧਨਤਾ ਦੇ ਯੋਗ ਹੈ। ਜਿਨ੍ਹਾਂ ਰਾਗਾਂ ਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਗਾਇਆ ਜਾਂਦਾ ਹੈ, ਜਿਨ੍ਹਾਂ ਰਾਗਾਂ ਦੇ ਰਾਹੀਂ ਪ੍ਰਭੂ ਦੀ ਕੀਰਤੀ ਗਾਈ ਜਾਂਦੀ ਹੈ, ਉਹ ਰਾਗ ਵੀ ਧਨਤਾ ਦੇ ਯੋਗ ਹਨ। ਦੇਖੋ ਮਹਾਰਾਜ ਸਾਹਿਬ ਜੀ ਨੇ ਸਾਰੀ ਬਾਣੀ ਰਾਗਾਂ ਰਾਗਣੀਆਂ ਦੇ ਵਿੱਚ ਹੀ ਉਚਾਰਨ ਕੀਤੀ ਹੈ। ਸ੍ਰੀ ਰਾਗ ਤੋਂ ਲੈ ਕਰਕੇ ਜੈਜਾਵੰਤੀ ਤੱਕ ਇਹ 31 ਰਾਗ ਰਾਗਣੀਆਂ ਹਨ। ਪਹਿਲਾ ਸ੍ਰੀ ਰਾਗ ਹੈ, ਅਖੀਰਲਾ ਜੈਜਾਵੰਤੀ ਹੈ। ਸ੍ਰੀ ਰਾਗ ਮਾਝ, ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਵ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ। ਹੁਣ ਇਹਨਾਂ ਵਿੱਚ ਕਈ ਰਾਗ ਆ, ਕਈ ਰਾਗਣੀਆਂ, ਕਈ ਉਹਨਾਂ ਦੇ ਪੁੱਤਰ ਹਨ। ਔਰ ਜੋ ਰਾਗਮਾਲਾ ਦੇ ਵਿੱਚ ਮਹਾਰਾਜ ਨੇ ਗਿਣਤੀ ਕੀਤੀ ਹੈ, ਉੱਥੇ 84 ਗਿਣਤੀ ਹੈ ਸਾਰੇ ਰਾਗਾਂ ਰਾਗਣੀਆਂ ਤੇ ਪੁੱਤਰਾਂ ਦੀ। ਅਖੀਰ ਤੇ ਮਹਾਰਾਜ ਨੇ ਉਹ ਸਾਰੀ ਗਿਣਤੀ ਦੱਸੀ ਵੀ ਹੈ ਰਾਗਮਾਲਾ ਦੀ, ਜਿੱਥੇ ਸਮਾਪਤੀ ਕੀਤੀ ਹੈ। ਸਾਰੀ ਰਾਗਮਾਲਾ ਦੇ ਵਿੱਚ ਰਾਗਾਂ ਰਾਗਣੀਆਂ ਦਾ ਸਾਰੇ ਪਰਿਵਾਰ ਦਾ ਜ਼ਿਕਰ ਹੈ। ਖਸਟ ਰਾਗ ਓਨ ਗਾਏ, 6 ਰਾਗ ਹੈ। ਸੰਗ ਰਾਗਨੀ 30, ਇੱਕ ਇੱਕ ਰਾਗ ਦੇ ਨਾਲ 5 ਰਾਗਣੀਆਂ ਤੇ 6 50 ਸੰਗ ਰਾਗਨੀ 30। ਸਭੈ ਪੁੱਤਰ ਰਾਗ ਅੰਨ ਕੇ, ਸਾਰੇ ਰਾਗਾਂ ਦੇ ਜੋ ਪੁੱਤਰ ਵਾ 18 ਹੈ, 10 20, 18 ਤੇ 10 28 ਤੇ 20 ਹੋਰ ਵਿੱਚ ਜੋੜ ਦਈਏ ਤੇ 48 ਰਾਗਾਂ ਦੇ ਪੁੱਤਰ, 30 ਰਾਗਣੀਆਂ ਤੇ 6 ਰਾਗ। ਇਹ ਸਾਰਿਆਂ ਦਾ ਜੋੜ ਕਰ ਲਈਏ ਤੇ 84 ਗਿਣਤੀ ਬਣ ਜਾਂਦੀ। 84 ਤੋਂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜਿੰਨਾ ਰਾਗਾਂ ਦਾ ਪਰਿਵਾਰ ਹੈ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਇਹ ਰਾਗ ਵੀ ਧਨਤਾ ਦੇ ਯੋਗ, ਰਾਗਾਂ ਦੇ ਪੁੱਤਰ ਵੀ ਧਨਤਾ ਦੇ ਯੋਗ। ਧਨ ਸੋ ਰਾਗ ਸੁਰੰਗੜੇ, ਧਨਤਾ ਦੇ ਯੋਗ ਹਨ ਸੋ ਉਹ ਸ੍ਰੇਸ਼ਟ ਰਾਗ, ਜਿਨ੍ਹਾਂ ਨੂੰ ਗਾਇਨ ਕਰਨ ਦੇ ਨਾਲ ਸੁਰੰਗੜੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਰਾਗਾਂ ਦਾ ਆਲਾਪ ਕਰਨ ਦੇ ਨਾਲ, ਰਾਗਾਂ ਦੇ ਤਰਾਨੇ ਗਾਉਣ ਦੇ ਨਾਲ, ਰਾਗਾਂ ਦਾ ਆਲਾਪ ਕਰਨ ਦੇ ਨਾਲ ਸਭ ਤਿੱਖ ਜਾਏ, ਸਾਰੀ ਤੇਹ ਹੀ ਲੱਥ ਜਾਂਦੀ ਹੈ, ਪਦਾਰਥਾਂ ਦੀ ਤ੍ਰਿਸ਼ਨਾ ਹੀ ਦੂਰ ਹੋ ਜਾਂਦੀ ਹੈ। ਜਿਸ ਵੇਲੇ ਰਾਗ ਦੇ ਵਿੱਚ ਸ਼ਬਦ ਨੂੰ ਪਾ ਕਰਕੇ ਰਾਗੀ ਸਿੱਖ, ਰਾਗੀ ਸਿੰਘ ਗਾਉਂਦੇ ਹਨ ਤੇ ਉਸ ਵੇਲੇ ਫਿਰ ਚਿੱਤ ਇਕਾਗਰ ਹੁੰਦਾ ਹੈ। ਉਸ ਵੇਲੇ ਸ਼ਬਦ ਦੇ ਨਾਲ ਚਿੱਤ ਜੁੜਦਾ ਹੈ, ਹਿਰਦਾ ਜੁੜਦਾ ਹੈ।
ਜਦੋਂ ਚਿੱਤ ਇਕਾਗਰ ਹੁੰਦਾ ਹੈ ਤੇ ਫਿਰ ਸਭ ਪ੍ਰਕਾਰ ਦੀ ਜਿਹੜੀ ਤੇਹ ਹੈ, ਤ੍ਰਿਸ਼ਨਾ ਰੂਪੀ ਤੇਹ ਹੈ, ਤ੍ਰਿਸ਼ਨਾ ਰੂਪੀ ਪਿਆਸ ਹੈ, ਉਹ ਸਾਰੀ ਚਲੇ ਜਾਂਦੀ ਹੈ। ਮਹਾਂਪੁਰਖਾਂ ਨੇ ਕਥਨ ਕੀਤਾ ਹੈ, ਜੋ ਦੇਵਤਿਆਂ ਦੇ ਰਾਗੀ ਹਨ, ਜਦੋਂ ਉਹ ਜਸ ਕੀਰਤਨ ਗਾਉਂਦੇ ਆ, ਜਿੰਨਾ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ ਜਿੰਨੇ ਸਮੇਂ ਦੇ ਵਿੱਚ, ਉਹਨਾਂ ਜਿਹੜਾ ਸਾਰੀ ਦੁਨੀਆ ਦਾ ਰਾਜਾ ਹੋਵੇ ਨਾ, ਚੱਕਰਵਰਤੀ ਬਾਦਸ਼ਾਹ ਹੋਵੇ, ਉਸ ਨੂੰ ਜਿੰਨਾ ਸੁੱਖ ਪ੍ਰਾਪਤ ਹੁੰਦਾ ਹੈ, ਇੱਕ ਛਿਨ ਪਲ ਦੇ ਵਿੱਚ ਹੀ ਗੰਧਰਵ ਨੂੰ, ਰਾਗ ਗਾਉਣ ਵਾਲੇ ਨੂੰ ਓਨਾ ਸੁੱਖ ਪ੍ਰਾਪਤ ਹੁੰਦਾ ਹੈ। ਫਿਰ ਆਖਿਆ ਜਿੰਨਾ ਗੰਧਰਵ ਨੂੰ ਸੁੱਖ ਪ੍ਰਾਪਤ ਹੁੰਦਾ ਹੈ, ਗੁਰੂ ਕੀ ਬਾਣੀ ਦੇ ਕੀਰਤਨ ਕਰਨ ਵਾਲੇ ਨੂੰ ਉਸ ਦੇਵਤਿਆਂ ਦੇ ਗੰਧਰਵ ਨਾਲੋਂ ਵੀ ਜ਼ਿਆਦਾ ਸੁੱਖ ਪ੍ਰਾਪਤ ਹੁੰਦਾ ਹੈ, ਕਿਉਂਕਿ ਇਹ ਬਾਣੀ ਅਕਾਲੀ ਬਾਣੀ ਹੈ, ਇਹ ਧੁਰਕੀ ਬਾਣੀ ਹੈ, ਸੱਚੀ ਬਾਣੀ ਹੈ, ਨਿਰੰਕਾਰ ਸਰੂਪ ਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨਾ ਕੋਏ, ਵਾਹੋ ਆਹੋ ਅਗਮੇ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਰਾਗਾਂ ਦਾ ਵੇਖੋ ਕਿੱਡਾ ਵੱਡਾ ਮਾਨ ਸਨਮਾਨ ਕੀਤਾ। ਤੇ ਰਾਗਾਂ ਦੀ ਮਹਿਮਾ ਤਾਂ ਹੀ ਹੈ ਕਿਉਂਕਿ ਰਾਗਾਂ ਦੇ ਵਿੱਚ ਕਰਤਾਰ ਦਾ ਜਸ ਗਾਇਆ ਜਾਂਦਾ ਹੈ। ਰਾਗਾਂ ਦੀ ਵਡਿਆਈ ਤਾਂ ਹੀ ਹੈ ਕਿਉਂਕਿ ਰਾਗਾਂ ਦੇ ਦੁਆਰਾ ਬਾਣੀ ਗਾਈ ਜਾਂਦੀ ਹੈ। ਜਿੱਥੇ ਬਾਣੀ ਦੀ ਮਹਾਨਤਾ ਹੈ, ਉੱਥੇ ਨਾਲ ਨਾਲ ਰਾਗਾਂ ਦੀ ਵੀ ਮਹਾਨਤਾ ਹੈ। ਸਾਧ ਸੰਗਤ ਜੀ ਵੇਖੋ, ਮਹਾਰਾਜ ਸਾਹਿਬ ਜੀ ਦਾ ਕੋਈ ਵੀ ਸ਼ਬਦ ਪੜ੍ਹ ਕੇ ਵੇਖੀਏ ਤਾਂ ਨਾਲ ਰਾਗ ਦਾ ਜ਼ਿਕਰ ਆਉਂਦਾ ਹੈ, ਨਾਲ ਫਿਰ ਮਹਾਰਾਜ ਸਾਹਿਬ ਜੀ ਦਾ ਮਹੱਲੇ ਦਾ ਜ਼ਿਕਰ ਆਉਂਦਾ ਹੈ। ਸ੍ਰੀ ਰਾਗ ਤੋਂ ਲੈ ਕੇ 31 ਰਾਗਾਂ ਦੇ ਵਿੱਚ ਹੀ ਜਦੋਂ ਮੁੱਖ ਵਾਕ ਗੁਰੂ ਕੇ ਸਿੰਘ ਗੁਰੂ ਕੀਆਂ ਸੰਗਤਾਂ ਨੂੰ ਸਰਵਣ ਕਰਵਾਉਂਦੇ ਹਨ ਮਹਾਰਾਜ ਜੀ ਦਾ ਪਵਿੱਤਰ ਬਚਨ, ਤੇ ਉਸੇ ਵੇਲੇ ਰਾਗ ਦਾ ਜ਼ਿਕਰ ਆਉਂਦਾ। ਜਿਵੇਂ ਅੱਜ ਦਾ ਜੋ ਸ੍ਰੀ ਮੁੱਖ ਵਾਕ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ, ਉਹ ਜੈਤਸਰੀ ਰਾਗ ਦਾ ਨਾਲ ਜ਼ਿਕਰ ਆਇਆ। ਇਸੇ ਤਰ੍ਹਾਂ ਸਾਰੇ ਰਾਗਾਂ ਦੇ ਵਿੱਚ ਹੀ ਹੈ। ਤਾਂ ਰਾਗਾਂ ਦੀ ਵੀ ਆਪਣੀ ਇੱਕ ਵਿਸ਼ੇਸ਼ ਥਾਂ ਹੈ। ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਜੀ ਨੇ ਬੇਅੰਤ ਬਾਣੀ ਰਾਗਾਂ ਦੇ ਵਿੱਚ ਹੀ ਉਚਾਰਨ ਕੀਤੀ ਹੈ। ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਬੇਅੰਤੀ ਰਾਗਾਂ ਦਾ ਜ਼ਿਕਰ ਕੀਤਾ। ਤੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੇਖੋ ਕਿੰਨੇ ਰਾਗਾਂ ਦਾ ਜ਼ਿਕਰ ਹੈ। ਤਾਂ ਫਿਰ ਰਾਗਾਂ ਦਾ ਸਮਾਂ ਹੈ ਵੱਖਰਾ ਵੱਖਰਾ ਗਾਉਣ ਦਾ। 24 ਘੰਟਿਆਂ ਦੇ ਵਿੱਚ 8 ਪਹਿਰਾਂ ਦੇ ਵਿੱਚ ਕਿਸੇ ਰਾਗ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੈ, ਕਿਸੇ ਦਾ ਦਿਨ ਚੜ੍ਹੇ ਤੋਂ ਸਮਾਂ ਹੈ, ਕਿਸੇ ਦਾ ਉਸ ਤੋਂ ਬਾਅਦ ਦਾ ਸਮਾਂ, ਕਿਸੇ ਦਾ ਦੁਪਹਿਰ ਦਾ ਸਮਾਂ, ਕਿਸੇ ਦਾ ਢਲੀ ਦੁਪਹਿਰ ਦਾ ਸਮਾਂ, ਕਿਸੇ ਦਾ ਸ਼ਾਮ ਦਾ ਸਮਾਂ। ਉਹ ਸਮੇਂ ਦੇ ਨਾਲ ਹੀ ਰਾਗ ਜਿਹੜੇ ਆ ਸੋਭਦੇ ਹਨ। ਫਿਰ ਇਸੇ ਤਰ੍ਹਾਂ ਖੁਸ਼ੀ ਦੇ ਮੌਕੇ ਦੇ ਉੱਤੇ ਹੋਰ ਰਾਗ ਗਾਇਆ ਜਾਂਦਾ ਹੈ, ਗਮੀ ਦੇ ਮੌਕੇ ਦੇ ਉੱਤੇ ਹੋਰ ਰਾਗ ਗਾਇਆ ਜਾਂਦਾ ਹੈ, ਤੇ ਜੰਗ ਯੁੱਧ ਦੇ ਵੇਲੇ ਹੋਰ ਰਾਗ ਗਾਇਆ ਜਾਂਦਾ ਹੈ, ਵੀਰ ਰਸ ਦੇ ਵੇਲੇ। ਇਹ ਵੱਖਰੇ ਵੱਖਰੇ ਰਾਗਾਂ ਦੇ ਸਮੇਂ ਹਨ ਤੇ ਵੱਖਰੇ ਵੱਖਰੇ ਭਾਵ ਹਨ। ਫਿਰ ਰੁੱਤਾਂ ਦੇ ਲਿਹਾਜ਼ ਨਾਲ ਵੀ ਰਾਗ ਗਾਏ ਜਾਂਦੇ ਹਨ। ਜਿਵੇਂ ਹੁਣ ਜਿਹੜੀ ਰੁੱਤ ਚੱਲਦੀ ਇਹਦੇ ਵਿੱਚ ਮਲਾਰ ਰਾਗ ਬਹੁਤਾ ਗਾਇਆ ਜਾਂਦਾ। ਉਹ ਰੁੱਤ ਦੇ ਵਿੱਚ ਫਿਰ ਸੋ ਰਾਗਾਂ ਦੇ ਜਾਣਕਾਰ ਦੱਸਦੇ ਹਨ ਗੁਰਮੁਖ ਪਿਆਰੇ ਗੁਰੂ ਘਰ ਦੇ ਕੀਰਤਨੀਏ ਕਿ ਜਦੋਂ ਰੁੱਤ ਹੋਵੇ ਤੇ ਉਦੋਂ ਫਿਰ 8 ਪਹਿਰ ਹੀ ਉਸ ਰਾਗ ਦਾ ਸਮਾਂ ਹੁੰਦਾ, ਜਦੋਂ ਮਰਜ਼ੀ ਗਾ ਲਿਆ ਜਾਂਦਾ। ਫਿਰ 8 ਪਹਿਰ ਸਮਾਂ ਹੁੰਦਾ। ਹੁਣ ਇਹ ਪਾਵਸ ਰੁੱਤ ਦਾ ਸਮਾਂ ਹੈ, ਬਰਸਾਤੀ ਰੁੱਤ ਦਾ ਸਮਾਂ ਹੈ। ਇਹਦੇ ਵਿੱਚ ਮਲਾਰ ਰਾਗ ਜਿਹੜਾ ਹੈ ਉਹ ਗੁਰੂ ਘਰ ਦੇ ਕੀਰਤਨੀਏ ਜਦੋਂ ਮਰਜ਼ੀ ਗਾ ਸਕਦੇ ਹਨ। ਪਰ ਉਸ ਤਰ੍ਹਾਂ ਮਲਾਰ ਰਾਗ ਦਾ ਵੀ ਆਪਣਾ ਵਿਸ਼ੇਸ਼ ਸਮਾਂ ਹੈ। ਇਸੇ ਤਰ੍ਹਾਂ ਜਦੋਂ ਬਸੰਤ ਰੁੱਤ ਆਉਂਦੀ ਹੈ, ਚੇਤ ਤੇ ਵਿਸਾਖ ਦਾ ਮਹੀਨਾ, ਇਹ ਸਾਲ ਦੀ ਪਹਿਲੀ ਰੁੱਤ ਹੈ ਬਸੰਤ ਰੁੱਤ। ਬਸੰਤ ਰੁੱਤ ਦੇ ਵਿੱਚ ਬਸੰਤ ਰਾਗ ਗਾਇਆ ਜਾਂਦਾ ਹੈ। ਬਸੰਤ ਰਾਗ ਦਾ ਉਸ ਵੇਲੇ ਫਿਰ ਇਹ ਮਾਘੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਜਦੋਂ ਕੀਰਤਨ ਦੀ ਸਮਾਪਤੀ ਹੋਣ ਲੱਗਦੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਾਤ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ, ਤਾਂ ਉਸ ਮੌਕੇ ਇਹ ਮਾਘੀ ਤੋਂ ਇੱਕ ਦਿਨ ਪਹਿਲੋਂ ਦੀ ਰਾਤ ਦੇ ਵੇਲੇ ਦਰਬਾਰ ਸਾਹਿਬ ਅੰਦਰ ਵਿਸ਼ੇਸ਼ ਤੌਰ ਤੇ ਅਰਦਾਸ ਹੁੰਦੀ ਹੈ ਬਸੰਤ ਰਾਗ ਗਾਇਨ ਕਰਨ ਦੀ ਆਰੰਭਤਾ ਵਾਸਤੇ। ਅਰਦਾਸ ਹੋ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਫਿਰ ਬਸੰਤ ਰਾਗ ਗਾਉਣਾ ਗੁਰੂ ਘਰ ਦੇ ਕੀਰਤਨੀਏ ਆਰੰਭ ਕਰਦੇ ਹਨ।
ਤੇ ਫਿਰ ਹੋਲੇ ਮਹੱਲੇ ਤੇ ਜਾ ਕੇ ਉਹਦੀ ਸਮਾਪਤੀ ਕੀਤੀ ਜਾਂਦੀ। ਸ੍ਰੀ ਅਨੰਦਪੁਰ ਸਾਹਿਬ ਜਦੋਂ ਹੋਲਾ ਮਹੱਲਾ ਹੁੰਦਾ ਹੈ, ਉਸ ਹੋਲੇ ਮਹੱਲੇ ਤੇ ਵੀ ਬਸੰਤ ਰਾਗ ਦਰਬਾਰ ਹੁੰਦਾ ਹੈ, ਰਾਗ ਦਰਬਾਰ, ਜਿਹਦੇ ਵਿੱਚ ਬਸੰਤ ਰਾਗ ਫਿਰ ਗੁਰੂ ਘਰ ਦੇ ਕੀਰਤਨੀਏ ਗਾਉਂਦੇ ਤੇ ਉੱਥੇ ਫਿਰ ਸਮਾਪਤੀ ਕੀਤੀ ਜਾਂਦੀ। ਇਹ ਕੁਝ ਰਾਗ ਜਿਹੜੇ ਰੁੱਤਾਂ ਦੇ ਲਿਹਾਜ਼ ਦੇ ਨਾਲ ਸਾਧ ਸੰਗਤ ਜੀ ਗਾਏ ਜਾਂਦੇ ਆ। ਬਾਕੀ ਹਰੇਕ ਰਾਗ ਦਾ ਆਪਣਾ ਆਪਣਾ ਸਮਾਂ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਧੰਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ। ਇਹ ਭਾਈਓ, ਧਨਤਾ ਦੇ ਯੋਗ ਹਨ ਰਾਗ, ਸ੍ਰੇਸ਼ਟ ਆਨੰਦ ਦੇਣ ਵਾਲੇ, ਜਿਨ੍ਹਾਂ ਰਾਗਾਂ ਨੂੰ ਜਦੋਂ ਭਾਵਨਾ ਵਾਲੇ ਗਾਉਂਦੇ ਆ, ਭਾਵਨਾ ਵਾਲੇ ਸੁਣਦੇ ਆ, ਆਲਾਪਤ ਜਦੋਂ ਆਲਾਪ ਕੀਤਾ ਜਾਂਦਾ ਹੈ, ਸਭ ਤਿਖ ਜਾਏ। ਤੇ ਸਾਰੀਆਂ ਤ੍ਰਿਸ਼ਨਾ ਰੂਪੀ ਜਿਹੜੀਆਂ ਪਿਆਸ ਹੈ, ਤੇ ਹੈ, ਉਹ ਸਾਰੀਆਂ ਧਿਆਨ ਅੰਦਰੋਂ ਚਲੇ ਜਾਂਦੀਆਂ, ਸਭ ਪਿਆਸਾਂ ਬੁਝ ਜਾਂਦੀਆਂ, ਸਭ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਕਿਉਂਕਿ ਚਿੱਤ ਦੀ ਇਕਾਗਰਤਾ ਹੁੰਦੀ। ਗਾਉਣ ਵਾਲਾ ਵੀ ਚੜ੍ਹਦੀ ਕਲਾ ਵਾਲਾ ਗੁਰੂ ਕੇ ਪ੍ਰੇਮ ਪਿਆਰ ਦੇ ਵਿੱਚ ਭਿੱਜਾ ਹੋਵੇ, ਸੁਣਨ ਵਾਲਾ ਵੀ ਸ਼ਰਧਾ ਭਾਵਨਾ ਨਾਲ ਸੁਣੇ, ਫਿਰ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਮਹਾਂਪੁਰਖ ਸੰਤ ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਨੇ 70 ਸਾਲ ਸਾਧ ਸੰਗਤ ਜੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ 70 ਸਾਲ ਉਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਲਿਖਿਆ ਤੇ ਬੜੇ ਪ੍ਰੇਮ ਦੇ ਨਾਲ ਸਰੰਦੇ ਨਾਲ ਕੀਰਤਨ ਕਰਿਆ ਕਰਦੇ ਸਨ ਉਹ ਮਹਾਂਪੁਰਖ ਰਾਗ ਦੇ ਵਿੱਚ। ਤੇ ਐਸ ਰੁੱਤ ਦੇ ਵਿੱਚ ਇੱਕ ਵਾਰੀ ਦੀ ਕਹਿੰਦੇ ਘਟਨਾ ਹੈ ਕਿ ਇੱਕ ਸਾਲ ਮੀਂਹ ਨਾ ਪਿਆ, ਸਾਉਣ ਦੇ ਮਹੀਨੇ ਵਿੱਚ। ਸਾਉਣ ਦਾ ਮਹੀਨਾ ਸੁੱਕਾ ਹੀ ਲੰਘ ਚੱਲਿਆ ਤੇ ਸੰਗਤ ਨੇ ਇਕੱਠੀ ਹੋ ਕਰਕੇ ਤੇ ਸੰਤ ਬਾਬਾ ਸ਼ਾਮ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਮਹਾਂਪੁਰਖੋ, ਅਸੀਂ ਸੁਣਿਆ ਹੈ ਵੀ ਮਲਾਰ ਰਾਗ ਗਾਇਆ ਜਾਵੇ ਤੇ ਮੀਂਹ ਪੈ ਜਾਂਦਾ ਹੈ। ਤੁਸੀਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੀਰਤਨ ਕਰੋ। ਮਹਾਰਾਜ, ਐਤਕੀ ਸਾਉਣ ਦਾ ਮਹੀਨਾ ਸੁੱਕਾ ਹੀ ਲੰਘ ਚੱਲਿਆ। ਤੇ ਉਹਨਾਂ ਮਹਾਂਪੁਰਖਾਂ ਨੇ ਫਿਰ ਸੰਗਤ ਦੇ ਨਾਲ ਬੇਨਤੀ ਸਾਂਝੀ ਕੀਤੀ ਕਿ ਆਪਾਂ ਸਾਰੇ ਹੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਭਾਈ ਬੇਨਤੀ ਕਰਦੇ। ਮਹਾਰਾਜ ਸਾਹਿਬ ਜੀ ਅੱਗੇ ਜ਼ੋਰ ਤਾਂ ਨਹੀਂ ਹੈ ਕੋਈ, ਪਰ ਆਪਾਂ ਤਰਲਾ ਪਾ ਸਕਦੇ ਹਾਂ, ਅਰਦਾਸ ਤਾਂ ਕਰ ਹੀ ਸਕਦੇ, ਬੇਨਤੀ ਕਰ ਸਕਦੇ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਇਸ ਕਰਕੇ ਮਹਾਰਾਜ ਕਹਿੰਦੇ ਜ਼ੋਰ ਨਹੀਂ ਚੱਲਦਾ ਭਾਈ, ਅਰਦਾਸ ਚੱਲਦੀ ਹੈ ਮਾਲਕ ਦੇ ਅੱਗੇ, ਤਾਂ ਬੇਨਤੀ ਚੱਲਦੀ ਹੈ। ਨਾਨਕ ਜ਼ੋਰ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਤੇ ਨਾਲ ਗੁਰ ਸਿੱਖਾਂ ਨੂੰ ਲੈ ਕੇ, ਸੰਗਤ ਨੂੰ ਲੈ ਕੇ ਤੇ ਮਹਾਂਪੁਰਖ ਸੰਤ ਬਾਬਾ ਸ਼ਾਮ ਸਿੰਘ ਜੀ ਨੇ ਅਰਦਾਸ ਬੇਨਤੀ ਕੀਤੀ। ਤੇ ਉਸ ਦਿਨ ਜੋ ਉਹਨਾਂ ਨੇ ਕੀਰਤਨ ਕੀਤਾ, ਜਿੰਨਾ ਸਮਾਂ ਸੀ, ਬੜੇ ਪਿਆਰ ਦੇ ਨਾਲ ਫਿਰ ਮਲਾਰ ਰਾਗ ਦੇ ਵਿੱਚ ਹੀ ਕੀਰਤਨ ਕੀਤਾ ਤੇ ਸ਼ਬਦ ਪੜ੍ਹਿਆ ਸੀ, ਬਰਸ ਮੇਘ ਜੀ ਤਿਲ ਬਿਲਮ ਨਾ ਲਾਵਹੁ। ਜਿਸ ਵੇਲੇ ਕਹਿੰਦੇ ਵੀ ਉਹ ਸ਼ਬਦ ਆਰੰਭ ਕੀਤਾ ਤੇ ਉਸੇ ਮੌਕੇ ਤੇ ਹੀ ਮੀਂਹ ਪੈਣਾ ਆਰੰਭ ਹੋ ਗਿਆ। ਜਿੰਨਾ ਚਿਰ ਸ਼ਬਦ ਪੜ੍ਹਦੇ ਰਹੇ, ਉਹਨਾਂ ਚਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੀਂਹ ਪੈਂਦਾ ਰਿਹਾ। ਐਸਾ ਉਹਨਾਂ ਮਹਾਂਪੁਰਖਾਂ ਦੇ ਜੀਵਨ ਗਾਥਾ ਦੇ ਵਿੱਚ ਬਚਨ ਲਿਖਿਆ ਵੀ ਮਹਾਰਾਜ ਸਾਹਿਬ ਜੀ ਦੇ ਪਿਆਰੇ ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਤੇ ਫਿਰ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਰਾਗਾਂ ਵਿੱਚ ਕੀਰਤਨ ਕਰਦੇ ਹਨ। ਤੇ ਰਾਗਾਂ ਦੀ ਮਹਾਨਤਾ ਹੈ। ਮਲਾਰ ਰਾਗ ਇਸ ਰੁੱਤ ਦਾ ਰਾਗ ਹੈ ਤੇ ਮਲਾਰ ਰਾਗ ਫਿਰ ਜਿਸ ਵੇਲੇ ਪ੍ਰੇਮ ਦੇ ਵਿੱਚ ਭਿੱਜ ਕੇ ਕੋਈ ਰਾਗੀ ਗਾਇਨ ਕਰਦਾ ਹੈ ਤੇ ਫਿਰ ਮੀਂਹ ਵੀ ਪੈ ਜਾਂਦਾ ਹੈ ਸਾਧ ਸੰਗਤ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਕਹਿੰਦੇ, ਧਨਤਾ ਦੇ ਯੋਗ ਹਨ ਐਸੇ ਸ੍ਰੇਸ਼ਟ ਰਾਗ, ਜਿਨ੍ਹਾਂ ਨੂੰ ਗਾਉਣ ਦੇ ਨਾਲ, ਜਿਨ੍ਹਾਂ ਨੂੰ ਸੁਣਨ ਦੇ ਨਾਲ ਸੁਰੰਗੜੇ ਆਨੰਦ ਪ੍ਰਾਪਤ ਹੁੰਦਾ ਹੈ ਤੇ ਜਿਨ੍ਹਾਂ ਦਾ ਆਲਾਪ ਕਰਨ ਦੇ ਨਾਲ ਸਭ ਤਿਖ, ਸਭ ਪਿਆਸ ਚਲੇ ਜਾਂਦੀ ਹੈ। ਧੰਨ ਸੋ ਜੰਤ ਸੁਹਾਵੜੇ, ਉਹ ਜੀਵ ਜੰਤੂ ਵੀ ਸੋਭਨੀਕ ਧਨਤਾ ਦੇ ਯੋਗ ਹਨ, ਜੋ ਗੁਰਮੁਖ ਜਪਦੇ ਨਾਉ। ਜਿਹੜੇ ਗੁਰਮੁਖ ਬਣ ਕੇ ਗੁਰੂ ਕੀ ਸ਼ਰਨ ਵਿੱਚ ਪੈ ਕੇ ਨਾਮ ਜਪਦੇ, ਉਹ ਵੀ ਧਨਤਾ ਦੇ ਯੋਗ ਹਨ। ਇਸੇ ਪ੍ਰਕਾਰ ਆਰੰਭ ਤੋਂ ਫੇਰ ਪੜ੍ਹੀਏ ਪਹਿਲੀ ਪੰਕਤੀ ਤੋਂ। ਧੰਨ ਸੋ ਰਾਗ ਸੁਰੰਗੜੇ, ਰਾਗ ਨਾਮ ਪ੍ਰੇਮ ਦਾ ਹੈ ਸਾਧ ਸੰਗਤ ਜੀ। ਦੂਸਰਾ ਅਰਥ ਮਹਾਂਪੁਰਖਾਂ ਨੇ ਕੀਤਾ, ਧਨਤਾ ਦੇ ਯੋਗ ਹੈ ਸੋ ਉਹ ਸ੍ਰੇਸ਼ਟ ਰਾਗ ਪ੍ਰੇਮ, ਜਿਹੜਾ ਰਾਗ ਵਾਹਿਗੁਰੂ ਦੇ ਨਾਲ ਕੀਤਾ ਜਾਵੇ, ਜਿਹੜਾ ਪ੍ਰੇਮ ਪਰਮੇਸ਼ਰ ਦੇ ਨਾਲ ਕੀਤਾ ਜਾਵੇ। ਕਿਉਂਕਿ ਹਰ ਇੱਕ ਦਾ ਪ੍ਰੇਮ ਕਿਤੇ ਨਾ ਕਿਤੇ ਤਾਂ ਲੱਗਾ ਹੀ ਹੁੰਦਾ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ, ਭਾਈ ਸਭ ਤੋਂ ਸ੍ਰੇਸ਼ਟ ਪ੍ਰੇਮ ਤਾਂ ਪ੍ਰਭੂ ਦਾ ਪ੍ਰੇਮ ਹੈ। ਸੋ ਰਾਗ
ਉਹ ਰਾਗ, ਉਹ ਪ੍ਰੇਮ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਕੀਤਾ ਜਾਂਦਾ, ਉਹ ਧਨਤਾ ਦੇ ਯੋਗ ਹੈ। ਸੁਰੰਗੜੇ, ਉਹ ਫਿਰ ਪਰਮੇਸ਼ਰ ਦਾ ਪ੍ਰੇਮ ਸ੍ਰੇਸ਼ਟ ਰੰਗ ਦਿੰਦਾ ਹੈ, ਭਾਵ ਸ਼ੁਭ ਗੁਣ ਦਿੰਦਾ ਹੈ। ਧਰਮ ਦੇ ਗੁਣ ਪ੍ਰਾਪਤ ਹੁੰਦੇ, ਫਿਰ ਸੁਰੰਗੜੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਲਾਪਤ ਸਭ ਦਿਖ ਜਾਏ। ਜਦੋਂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਆਲਾਪਤ ਤੋਂ ਭਾਵ ਪਰਮੇਸ਼ਰ ਦੇ ਜਸ ਦਾ ਆਲਾਪ ਕਰੀਏ, ਉਹਦੇ ਨਾਮ ਦਾ ਉਚਾਰਨ ਕਰੀਏ, ਇਹ ਸਭ ਪਿਆਸਾਂ ਬੁਝ ਜਾਂਦੀਆਂ, ਫਿਰ ਸਭ ਤੇਹਾਂ ਲਹਿ ਜਾਂਦੀਆਂ, ਫਿਰ ਸਭ ਡੰਝਾ ਮਿਟ ਜਾਂਦੀ ਹੈ। ਆਲਾਪਤ ਸਭ ਦਿਖ ਜਾਏ, ਸਭ ਪ੍ਰਕਾਰ ਦੀ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਲੱਗੀ ਹੋਈ ਹੈ, ਤੇ ਲੱਗੀ ਹੋਈ ਹੈ, ਇਹ ਮਿਟ ਜਾਂਦੀ ਹੈ। ਸਾਚ ਕਹਾਂ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮੇਸ਼ਰ ਨਾਲ ਰਾਗ ਕੀਤਾ ਹੈ, ਪ੍ਰੇਮ ਕੀਤਾ ਹੈ, ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਹੈ। ਧਨ ਸੋ ਜੰਤ ਸੁਹਾਵਣੇ। ਉਹ ਜੀਵ ਜੰਤੂ ਧਨਤਾ ਦੇ ਯੋਗ ਸੋਭਨੀਕ ਹਨ, ਜੋ ਗੁਰਮੁਖ ਜਪਦੇ ਨਾਮ। ਜੋ ਗੁਰੂ ਦਾ ਉਪਦੇਸ਼ ਲੈ ਕਰਕੇ ਆਪਣੀ ਚਿੱਤ ਬਿਰਤੀ ਨੂੰ ਸਤਿਗੁਰੂ ਜੀ ਦੇ ਸਨਮੁਖ ਕਰਕੇ, ਗੁਰਮੁਖਤਾਈ ਦੇ ਸਹਿਤ ਹੋ ਕਰਕੇ, ਮਨਮੁਖਤਾਈ ਨੂੰ ਤਿਆਗ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਦੇ, ਉਹ ਵੀ ਧਨਤਾ ਦੇ ਯੋਗ ਹਨ। ਇੱਕ ਮਨ ਇੱਕ ਅਰਾਧਿਆ। ਜਿਨ੍ਹਾਂ ਨੇ ਇੱਕ ਮਨ ਹੋ ਕਰਕੇ ਇਕਾਗਰਤਾ ਦੇ ਨਾਲ ਇੱਕ ਨੂੰ ਅਰਾਧਿਆ ਹੈ, ਵਾਹਿਗੁਰੂ ਦੀ ਅਰਾਧਨਾ ਕੀਤੀ ਹੈ, ਸਦ ਬਲਿਹਾਰੇ ਜਾਓ। ਇਹਨਾਂ ਤੋਂ ਮਾਰੇ ਕਹਿੰਦੇ ਸਦਾ ਹੀ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਆ ਉਹਨਾਂ ਤੋਂ ਜਿਨ੍ਹਾਂ ਨੇ ਇੱਕ ਮਨ ਹੋ ਕਰਕੇ ਇੱਕ ਨੂੰ ਅਰਾਧਿਆ, ਇੱਕ ਵਾਹਿਗੁਰੂ ਦੀ ਅਰਾਧਨਾ ਕੀਤੀ ਹੈ। ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਹਉ ਕੁਰਬਾਨ ਜਾਓ ਮਿਹਰਬਾਨਾ, ਹਉ ਕੁਰਬਾਨ ਜਾਓ। ਕੁਰਬਾਨ ਜਾਓ ਤਿਨਾ ਕੈ, ਲੈਨ ਜੋ ਤੇਰਾ ਨਾਉ। ਕੁਰਬਾਨ ਜਾਓ ਤਿਨਾ ਕੈ, ਲੈਨ ਜੋ ਤੇਰਾ ਨਾਉ। ਲੈਨ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨ ਜਾਓ। ਲੈਨ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨ ਜਾਓ। ਇਹ ਬਚਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਹੈ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਜਿਹੜੇ ਤੇਰਾ ਨਾਮ ਲੈਂਦੇ ਆ, ਤੇਰਾ ਨਾਮ ਜਪਦੇ ਆ, ਉਹਨਾਂ ਤੋਂ ਮੈਂ ਸਦਾ ਕੁਰਬਾਨ ਜਾਨਾ, ਸਦਾ ਸਦਕੇ ਜਾਨਾ। ਤਿੰਨ ਸਦ ਬਲਿਹਾਰੈ ਜਾਓ, ਉਹਨਾਂ ਤੋਂ ਸਦਾ ਹੀ ਬਲਿਹਾਰ ਜਾਈਏ ਜਿਨ੍ਹਾਂ ਨੇ ਇੱਕ ਮਨ ਹੋ ਕੇ ਇੱਕ ਦੀ ਆਰਾਧਨਾ ਕੀਤੀ, ਇੱਕ ਨੂੰ ਆਰਾਧਿਆ ਹੈ। ਜਿਨ ਕੀ ਧੂੜ ਹਮ ਬਾਸ਼ਦੇ। ਮਹਾਰਾਜ ਕਹਿੰਦੇ ਉਹ ਤਾਂ ਇੰਨੇ ਮਹਾਨ, ਇੰਨੇ ਭਾਗਾਂ ਵਾਲੇ ਆ, ਉਹਨਾਂ ਦੇ ਚਰਨਾਂ ਦੀ ਧੂੜ ਵੀ ਮਿਲ ਜਾਵੇ ਤੇ ਤਾਂ ਵੀ ਧੰਨ ਹੋ ਜਾਈਦਾ। ਤਿੰਨ ਕੀ ਧੂੜ ਹਮ ਬਾਸ਼ਦੇ, ਉਹਨਾਂ ਗੁਰਮੁਖਾਂ ਨਾਮ ਜਪਣ ਵਾਲਿਆਂ ਦੀ ਧੂੜੀ ਅਸੀਂ ਬਾਸ਼ਦੇ ਹਾਂ, ਅਸੀਂ ਲੋਚਦੇ ਹਾਂ, ਚਾਹੁੰਦੇ ਹਾਂ ਕਿ ਉਹਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ। ਗੁਰਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀਗਤ ਪਾਹੇ। ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਉਹਨਾਂ ਦੀ ਧੂੜੀ, ਚਰਨ ਧੂੜੀ ਪ੍ਰਾਪਤ ਹੋ ਜਾਵੇ, ਉਹਦੇ ਨਾਲ ਹੀ ਪਵਿੱਤਰ ਹੋ ਜਾਈਦਾ। ਸ਼ਰਧਾ ਰੂਪੀ ਧੂੜੀ ਪ੍ਰਾਪਤ ਹੋ ਜਾਵੇ। ਗਰੀਬ ਨਵਾਜ ਸਤਿਗੁਰੂ ਜੀ ਆਪਣੀ ਰਸਨਾ ਤੋਂ ਮਹਾਨ ਮਹਿਮਾ ਕਰਦੇ ਹਨ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ।
ਜੋ ਜਪਦਾ ਹੈ ਆਪ ਨਾਮ, ਜੋ ਜਪਾਉਂਦਾ ਹੈ ਹੋਰਨਾਂ ਨੂੰ ਨਾਮ। ਮਹਾਰਾਜ ਕਹਿੰਦੇ ਅਸੀਂ ਤੇ ਉਹਦੇ ਚਰਨਾਂ ਦੀ ਧੂੜ ਮੰਗਦੇ। ਭਾਵੇਂ ਉਹ ਟੁੱਟੀ ਝੋਪੜੀ ਵਿੱਚ ਵਸਦਾ ਹੈ, ਭਾਵੇਂ ਉਹਦੇ ਕੱਪੜੇ ਵੀ ਸੋਹਣੇ ਨਹੀਂ ਹਨ, ਫਟੇ ਪੁਰਾਣੇ ਆ ਬਸਤਰ, ਭਾਵੇਂ ਉਹਦੀ ਜਾਤੀ ਵੀ ਉੱਚੀ ਨਹੀਂ ਹੈ, ਭਾਵੇਂ ਉਸ ਦੀ ਕੋਈ ਇੱਜ਼ਤ ਵੀ ਨਹੀਂ ਕਰਦਾ, ਕੋਈ ਆਦਰ ਵੀ ਨਹੀਂ ਦਿੰਦਾ, ਭਾਵੇਂ ਉਸ ਨੂੰ ਘਰ ਵੀ ਪ੍ਰਾਪਤ ਨਹੀਂ ਹੋਇਆ, ਨਗਰ ਵਿੱਚ ਵੀ ਨਹੀਂ ਰਹਿੰਦਾ, ਜੰਗਲ ਦੇ ਵਿੱਚ ਵਾਸਾ, ਉਹਦੇ ਨਾਲ ਕੋਈ ਭਾਵੇਂ ਮਿੱਤਰਤਾ ਵੀ ਨਹੀਂ ਕਰਦਾ, ਕੋਈ ਪਿਆਰ ਵੀ ਨਹੀਂ ਕਰਦਾ, ਉਹਦੇ ਕੋਲੇ ਭਾਵੇਂ ਸੰਸਾਰੀ ਦੌਲਤ ਵੀ ਨਹੀਂ ਹੈ, ਭਾਵੇਂ ਚੰਗਾ ਰੂਪ ਵੀ ਨਹੀਂ ਹੈ, ਕੋਈ ਰਿਸ਼ਤੇਦਾਰੀ ਵੀ ਨਹੀਂ ਉਹਦੇ ਨਾਲ ਕਾਇਮ ਕਰਨ ਨੂੰ ਤਿਆਰ ਹੈ। ਜੇ ਇਸ ਤਰ੍ਹਾਂ ਦੀ ਹਾਲਤ ਵੀ ਹੈ ਨਾ ਸੰਸਾਰੀ ਤੌਰ ਤੇ ਉਸਦੀ, ਪਰ ਜੇ ਨਾਮ ਨਾਲ ਜੁੜਿਆ ਹੋਇਆ ਹੈ, ਇੱਕ ਮਨ ਹੋ ਕੇ ਇੱਕ ਨੂੰ ਆਰਾਧਦਾ ਹੈ, ਨਾਮ ਵਿੱਚ ਭਿੱਜਾ ਹੋਇਆ ਹੈ, ਤੇ ਮਹਾਰਾਜ ਕਹਿੰਦੇ ਸਾਡੀ ਨਿਗਾਹ ਦੇ ਵਿੱਚ ਉਹ ਰਾਜਾ ਹੈ, ਸਾਡੀ ਦ੍ਰਿਸ਼ਟ ਦੇ ਵਿੱਚ ਉਹ ਰਾਜਾ ਹੈ। ਦੁਨੀਆ ਨੇ ਭਾਵੇਂ ਉਹਨੂੰ ਤਿਆਗਿਆ ਹੋਇਆ, ਇੱਕ ਕੰਢੇ ਕੀਤਾ ਹੋਇਆ ਹੈ, ਨਹੀਂ ਦੁਨੀਆ ਉਹਦੇ ਨਾਲ ਮੁਹੱਬਤ ਕਰਦੀ, ਨਹੀਂ ਪ੍ਰੇਮ ਕਰਦੀ, ਪਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਸਾਡੀ ਨਜ਼ਰ ਵਿੱਚ ਤਾਂ ਉਹ ਰੱਜਿਆ ਹੋਇਆ ਰਾਜਾ, ਤੇ ਅਸੀਂ ਤੇ ਉਹਦੀ ਚਰਨ ਧੂੜੀ ਵੀ ਮੰਗਦੇ ਹਾਂ। ਪਰ ਜੇ ਉਹਦੀ ਚਰਨ ਧੂੜੀ ਵੀ ਤਾਂ ਪ੍ਰਾਪਤ ਹੁੰਦੀ ਹੈ ਜੇ ਪਰਮੇਸ਼ਰ ਕਿਰਪਾ ਕਰੇ, ਪ੍ਰਭੂ ਦੀ ਸ੍ਰੇਸ਼ਟ ਪ੍ਰਸੰਨਤਾ ਹੋਵੇ, ਤੇ ਤਾਂ ਐਸੇ ਗੁਰਮੁਖ ਦੀ ਚਰਨ ਧੂੜ ਮਿਲਦੀ ਹੈ। ਇਹ ਜੈਤਸਰੀ ਰਾਗ ਦੀ ਵਾਰ ਦੇ ਵਿੱਚ ਮਹਾਰਾਜ ਨੇ ਬਚਨ ਕਹੇ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਚੀਰ ਕਹਿੰਦੇ ਕੱਪੜਿਆਂ ਨੂੰ, ਛਿੰਨਾ ਜਿਹੜੇ ਸਾਰੇ ਪਾਟੇ ਪੁਰਾਣੇ ਉਹਨੇ ਪਾਏ ਹੋਏ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ, ਕੇਸ਼ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਮਹਾਰਾਜ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਸਾਡੀ ਨਿਗਾਹ ਵਿੱਚ, ਕਿਉਂਕਿ ਇੱਕ ਦੁਨੀਆ ਦੀ ਨਿਗਾਹ ਹੈ, ਇੱਕ ਗੁਰੂ ਕੀ ਨਿਗਾਹ ਹੈ। ਇੱਕ ਦੁਨੀਆ ਦੀ ਨਿਗਾਹ ਵਿੱਚ ਪ੍ਰਵਾਨ ਚੜ੍ਹਨਾ ਹੈ, ਇੱਕ ਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਚੜ੍ਹਨਾ। ਦੁਨੀਆ ਜਿਸ ਨੂੰ ਪ੍ਰਵਾਨ ਕਰਦੀ ਹੈ, ਦੁਨੀਆ ਕਿਸ ਨੂੰ ਤਿਆਗਦੀ ਹੈ, ਦੁਨੀਆ ਦਾ ਨਜ਼ਰੀਆ ਵੱਖਰਾ ਹੈ, ਗੁਰੂ ਦਾ ਨਜ਼ਰੀਆ ਵੱਖਰਾ ਹੈ। ਦੁਨੀਆ ਕੱਪੜਿਆਂ ਨੂੰ ਵੇਂਦੀ ਹੈ, ਦੁਨੀਆ ਘਰ ਨੂੰ ਵੇਂਦੀ ਹੈ, ਦੁਨੀਆ ਜ਼ਮੀਨ ਜਾਇਦਾਦ ਵੇਂਦੀ ਹੈ, ਦੁਨੀਆ ਰੰਗ ਵੇਂਦੀ ਹੈ, ਚਿੱਟਾ ਕਿ ਕਾਲਾ, ਦੁਨੀਆ ਦੌਲਤ ਵੇਂਦੀ ਹੈ, ਦੁਨੀਆ ਕੋਠੀਆਂ ਕਾਰਾਂ ਵੇਂਦੀ ਹੈ, ਪਰ ਗੁਰੂ ਤੇ ਨਾਮ ਵੇਂਦਾ ਹੈ, ਗੁਰੂ ਤੇ ਭਾਵਨਾ ਵੇਂਦਾ। ਇਹ ਜ਼ਰੂਰੀ ਨਹੀਂ ਕਿ ਜਿਹਨੂੰ ਦੁਨੀਆ ਨੇ ਤਿਆਗ ਦਿੱਤਾ ਗੁਰੂ ਵੀ ਉਹਨੂੰ ਤਿਆਗ ਦੇਵੇਗਾ। ਮਹਾਰਾਜ ਸਾਹਿਬ ਕਹਿੰਦੇ ਦੁਨੀਆ ਵਿੱਚ ਇਸ ਤਰ੍ਹਾਂ ਦੀ ਹਾਲਤ ਹੈ, ਦੁਨੀਆ ਵਿੱਚ ਉਹਦੇ ਨਾਲ ਕੋਈ ਰਿਸ਼ਤੇਦਾਰੀ ਬਣਾਉਣ ਵਾਸਤੇ, ਕੋਈ ਸੱਜਣਤਾਈ ਬਣਾਉਣ ਵਾਸਤੇ ਤਿਆਰ ਨਹੀਂ, ਕੋਈ ਮਿੱਤਰਤਾ ਪਾਉਣ ਵਾਸਤੇ ਤਿਆਰ ਨਹੀਂ, ਸਾਰਿਆਂ ਨੇ ਤਿਆਗ ਦਿੱਤਾ, ਪਰ ਗੁਰੂ ਸਾਹਿਬ ਨੇ ਨਹੀਂ ਤਿਆਗਿਆ, ਪਰਮੇਸ਼ਰ ਨੇ ਨਹੀਂ ਤਿਆਗਿਆ। ਕਈ ਵਾਰੀ ਦੁਨੀਆ ਤਿਆਗ ਦਿੰਦੀ ਹੈ ਤੇ ਸਤਿਗੁਰੂ ਪ੍ਰਵਾਨ ਕਰ ਲੈਂਦੇ ਉਸ ਨੂੰ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਾਣੀ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਮਹਾਰਾਜ ਕਹਿੰਦੇ ਉਹਦੀ ਚਰਨ ਧੂੜੀ ਮਿਲ ਜਾਵੇ ਐਸੇ ਗੁਰਮੁਖ ਦੀ ਤੇ ਉਧਾਰ ਹੋ ਜਾਂਦਾ ਹੈ, ਪਰਮੇਸ਼ਰ ਖੁਸ਼ ਹੋ ਜਾਂਦਾ ਐਸੇ ਰੱਬ ਦੇ ਪਿਆਰੇ ਦੀ ਚਰਨ ਧੂੜੀ ਲੈਣ ਕਰਕੇ। ਪ੍ਰਭ ਹੋਏ ਸੋ ਪ੍ਰਸੰਨਾ। ਛਾਪੜੀ ਸਾਹਿਬ ਨਗਰੀ ਜਿੱਥੇ ਵਸਦੀ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਚੋਲਾ ਸਾਹਿਬ ਵਾਲੇ ਪਾਸਿਓਂ ਆ ਰਹੇ ਸਨ। 5 ਕੁ ਸਿੱਖ ਸੀ ਮਹਾਰਾਜ ਦੇ ਨਾਲ, ਬਾਬਾ ਬਿਧੀ ਚੰਦ ਜੀ, ਬਾਬਾ ਜੇਠਾ ਜੀ ਆਦਿਕ। ਸ਼ਾਮਾਂ ਦਾ ਵੇਲਾ ਹੈ ਤੇ ਮੀਂਹ ਬੜੇ ਜ਼ੋਰ ਦਾ ਪੈਣ ਲੱਗ ਪਿਆ। ਮਹਾਰਾਜ ਸਾਹਿਬ ਜੀ ਦੇ ਪਿਆਰੇ ਕਹਿਣ ਲੱਗੇ ਸਿੱਖ ਵੀ ਮਹਾਰਾਜਾ ਉਹ ਸਾਹਮਣੇ ਜਿਹੜਾ ਨਗਰ ਹੈ ਉੱਥੇ ਚਲੇ ਚੱਲ ਗਏ।
ਆਖਿਆ ਨਹੀਂ, ਇੱਥੇ ਸਾਡਾ ਇੱਕ ਪਿਆਰਾ ਹੈ, ਉਹਦੇ ਕੋਲੇ ਚੱਲਦੇ ਆ। ਉਹਦੀ ਛਪੜੀ ਹੈ, ਛੰਨ ਪਾਈ ਹੋਈ ਹੈ, ਉਹਦੇ ਪਾਸ ਚਲੇ ਗਏ। ਸ਼ਾਮ ਦਾ ਮੌਕਾ, ਹਨੇਰਾ ਹੋਇਆ। ਭਾਈ ਹੇਮਾ ਮਹਾਰਾਜ ਦਾ ਪ੍ਰੇਮੀ ਸਿੱਖ ਹੈ, 5 ਸਿੱਖ ਮਹਾਰਾਜ ਦੇ ਨਾਲ ਤੇ 5ਵੇਂ ਪਾਤਸ਼ਾਹ। ਚਾਅ ਚੜ ਗਿਆ ਭਾਈ ਹੇਮੇ ਨੂੰ। ਜੋ ਹੈ ਸੀ ਪਾਸ, ਇੱਕੋ ਹੀ ਮੰਜੀ ਸੀ ਛੰਨ ਦੇ ਵਿੱਚ, ਉਹਦੇ ਤੇ ਉਹ ਵਿਛਾ ਦਿੱਤਾ, ਇਹ ਪੂਰਾ ਕੰਬਲ ਵਿਛਾ ਦਿੱਤਾ। ਮਹਾਰਾਜ ਨੂੰ ਬਿਠਾਇਆ, ਬੜੀ ਭਾਵਨਾ ਦੇ ਨਾਲ ਪ੍ਰਸ਼ਾਦੇ ਤਿਆਰ ਕੀਤੇ, ਮਹਾਰਾਜ ਸਾਹਿਬ ਜੀ ਨੂੰ ਛਕਾਏ। ਜੋ ਸਰਦਾ ਬਣਦਾ ਸੀ ਸਿੱਖਾਂ ਨੂੰ ਵੀ ਛਕਾਇਆ। ਆਖਿਆ ਮਹਾਰਾਜ ਮੈਂ ਤਾਂ ਗਰੀਬ ਹਾਂ, ਮੇਰੇ ਕੋਲੇ ਤੇ ਬਹੁਤਾ ਹੈ ਨਹੀਂ ਕੁਝ ਸੇਵਾ ਕਰਨ ਵਾਸਤੇ। ਸਤਿਗੁਰੂ ਕਹਿਣ ਲੱਗੇ ਭਾਈ ਹੇਮਿਆ, ਇਹ ਛਪਰੀ ਨਹੀਂ, ਇਹ ਤਾਂ ਬਹੁਤ ਸੋਭਣੀਕ ਹੈ, ਭਾਗਾਂ ਵਾਲੀ ਹੈ, ਜਿੱਥੇ ਤੂੰ ਰਹਿ ਕਰਕੇ ਪਰਮੇਸ਼ਰ ਦੀ ਬੰਦਗੀ ਕਰਦਾ। ਫਿਰ ਉੱਥੇ ਮਹਾਰਾਜ ਸਾਹਿਬ ਜੀ ਨੇ ਰਾਤ ਬਤੀਤ ਕੀਤੀ, ਤਾਂ ਉਹਦੀ ਭਾਵਨਾ ਸੀ। ਫਿਰ ਉਹਨੇ ਸਰੀਰ ਤਿਆਗਿਆ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਹੀ। ਉਹਦੇ ਬੈਠਿਆ ਰਾਤ ਨੂੰ ਮਹਾਰਾਜ ਸਾਹਿਬ ਉਹਦੇ ਨਾਲ ਗੱਲਾਂ ਕਰਦੇ ਰਹੇ, ਤੇ ਗਰੀਬ ਨਵਾਜ ਨੇ ਫਿਰ ਉੱਥੇ ਭਜਨ ਉਚਾਰਨ ਕੀਤੇ ਸੀ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤਿ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਇਹ ਛਪਰੀ ਵੀ, ਇਹ ਛੰਨ ਵੀ ਭਾਗਾਂ ਵਾਲੀ ਸੋਭਣੀਕ ਆ ਭਾਈ ਹੇਮਿਆ। ਜਿੱਥੇ ਬੈਠ ਕੇ ਤੂੰ ਵਾਹਿਗੁਰੂ ਦੇ ਗੁਣ ਗਾਉਣਾ ਹੈ, ਉਹ ਵੱਡੇ ਵੱਡੇ ਮਕਾਨ ਧੌਲਰ ਕਿਸੇ ਕੰਮ ਨਹੀਂ, ਜਿਨ੍ਹਾਂ ਵਿੱਚ ਰਹਿ ਕੇ ਬੰਦੇ ਨੂੰ ਰੱਬ ਭੁੱਲ ਜਾਂਦਾ। ਉਹ ਵੱਡੇ ਵੱਡੇ ਚੁਬਾਰੇ ਕਿਸੇ ਕੰਮ ਨਹੀਂ, ਜਿਨ੍ਹਾਂ ਵਿੱਚ ਪਰਮੇਸ਼ਰ ਦੀ ਬੰਦਗੀ ਭੁੱਲ ਜਾਂਦੀ ਹੈ। ਮਹਾਰਾਜ ਦੇ ਦਰਸ਼ਨ ਕਰਦੇ ਆ, ਕਈਆਂ ਗੁਰਮੁਖਾਂ ਨੇ ਲਿਖਿਆ ਭਾਈ ਹੇਮੇ ਨੇ ਸਰੀਰ ਤਿਆਗਿਆ, ਤੇ ਗੁਰੂ ਸਾਹਿਬ ਨੇ ਫਿਰ ਸਿੱਖਾਂ ਨੂੰ ਨਾਲ ਲੈ ਕਰਕੇ ਉਸੇ ਥਾਂ ਦੇ ਉੱਤੇ ਭਾਈ ਹੇਮੇ ਦਾ ਅੰਤਮ ਸੰਸਕਾਰ ਆਪਣੇ ਕਰ ਕਮਲਾਂ ਨਾਲ ਕੀਤਾ। ਉਹਨੂੰ ਕਲਿਆਣ ਦਿੱਤੀ, ਬਖਸ਼ਿਸ਼ਾਂ ਕੀਤੀਆਂ। ਤਾਂ ਉਸ ਥਾਂ ਦੇ ਉੱਤੇ ਪਵਿੱਤਰ ਸੋਹਣਾ ਸਥਾਨ ਬਣਿਆ ਹੋਇਆ ਮਹਾਰਾਜ ਸਾਹਿਬ ਜੀ ਦਾ, ਜਿੱਥੇ ਗਰੀਬ ਨਵਾਜ ਨੇ ਚਰਨ ਪਾਏ, ਛਾਪਰੀ ਸਾਹਿਬ ਅਸਥਾਨ। ਤੋ ਸਤਿਗੁਰੂ ਕਹਿੰਦੇ ਐਸੇ ਗੁਰਸਿੱਖਾਂ ਦੀ ਤਾਂ ਨਾਮ ਜਪਣ ਵਾਲਿਆਂ ਦੀ ਅਸੀਂ ਚਰਨ ਧੂੜੀ ਮੰਗਦੇ ਹਾਂ, ਜਿਹੜੇ ਵਾਹਿਗੁਰੂ ਜੀ ਦਾ ਨਾਮ ਇੱਕ ਮਨ ਹੋ ਕਰਕੇ ਜਪਦੇ ਹਨ, ਅਰਾਧਦੇ ਹਨ। ਕਰਮੀ ਪੱਲੇ ਪਾਏ, ਪਰ ਜੇ ਸ੍ਰੇਸ਼ਟ ਕਰਮ ਹੋਣ, ਭਾਗ ਹੋਣ, ਤਾਂ ਉਹਨਾਂ ਗੁਰਮੁਖਾਂ ਦੀ ਚਰਨ ਧੂੜੀ ਪੱਲੇ ਪੈਂਦੀ ਹੈ। ਤਾਂ ਸ਼ਰਧਾ ਰੂਪੀ ਚਰਨ ਧੂੜੀ ਹਿਰਦੇ ਰੂਪੀ ਪੱਲੇ ਦੇ ਵਿੱਚ ਪੈਂਦੀ, ਭਾਵਨਾ ਗੁਰਮੁਖਾਂ ਦੇ ਨਾਲ ਸ਼ਰਧਾ ਬਣਦੀ ਹੈ। ਇੱਕ ਪ੍ਰਤੱਖ ਧੂੜੀ, ਇੱਕ ਸ਼ਰਧਾ ਰੂਪੀ ਧੂੜੀ ਹੈ। ਸਾਧ ਸੰਗਤ ਜੀ, ਸ਼ਰਧਾ ਨੂੰ ਵੀ ਧੂੜੀ ਆਖਿਆ। ਉਹ ਹਿਰਦੇ ਦੇ ਵਿੱਚ ਸ਼ਰਧਾ ਪੈਦਾ ਹੋਵੇਗੀ ਤਾਂ ਹੀ ਜੀਵ ਉਹਨਾਂ ਗੁਰਮੁਖਾਂ ਦੀ ਸੰਗਤ ਕਰ ਸਕਦਾ, ਤਾਂ ਹੀ ਉੱਥੇ ਨੀਵਾ ਹੋ ਕੇ ਝੁਕ ਸਕਦਾ ਹੈ। ਧੂੜੀ ਲੈਣ ਤੋਂ ਭਾਵ ਵੀ ਹੰਕਾਰ ਤਿਆਗਣ ਦਾ ਹੀ ਹੈ। ਹੰਕਾਰ ਤਿਆਗਣਾ। ਹੁਣ ਜੋੜੇ ਝਾੜਨ ਦਾ ਕੀ ਭਾਵ ਹੈ? ਜੋੜੇ ਝਾੜਨ ਦਾ ਵੀ ਭਾਵ ਇਹੀ ਹੈ ਵੀ ਮੈਂ ਸੰਗਤਾਂ ਦੇ ਜੋੜਿਆਂ ਵਿੱਚ ਬੈਠਾ ਹਾਂ, ਤੇ ਜੇ ਜੋੜੇ ਝਾੜਦਾ ਵੀ ਹੰਕਾਰ ਕਰੀ ਜਾਵੇ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਦਾਨਾ ਕੋਈ ਨਹੀਂ, ਮੇਰੇ ਵਰਗਾ ਸੁਗਿਆਨਵਾਨ ਕੋਈ ਨਹੀਂ, ਮੇਰੇ ਵਰਗਾ ਸੇਵਾਦਾਰ ਹੀ ਕੋਈ ਨਹੀਂ, ਤੇ ਫਿਰ ਜੋੜੇ ਝਾੜਨ ਦਾ ਵੀ ਕੀ ਲਾਭ ਹੈ? ਜੋੜੇ ਝਾੜਨ ਤੋਂ ਭਾਵ ਤੇ ਇਹ ਹੀ ਹੈ ਵੀ ਆਪਣੇ ਅੰਦਰ ਜਿਹੜੀ ਲੱਗੀ ਹਉਮੈ ਦੀ, ਹੰਕਾਰ ਦੀ ਮੈਲ, ਉਹਨੂੰ ਝਾੜਨਾ ਵੀ ਮੈਂ ਇੰਨਾ ਨੀਵਾਂ ਵਾਂ, ਮੈਂ ਤਾਂ ਸੰਗਤਾਂ ਦੇ ਵਿੱਚ ਕੀ, ਸੰਗਤਾਂ ਦੇ ਜੋੜਿਆਂ ਦੇ ਵਿੱਚ ਖਲੋਣ ਜੋਗਾ। ਜੋੜੇ ਝਾੜਨ ਤੋਂ ਭਾਵ ਤੇ ਇਹ ਆ ਹੰਕਾਰ ਛੱਡਣਾ ਤੇ ਨਿਮਰਤਾ ਨੂੰ ਗ੍ਰਹਿਣ ਕਰਨਾ। ਤੇ ਕਈ ਵਾਰੀ ਬੰਦਾ ਜੋੜੇ ਝਾੜਦਾ ਜੋੜੇ ਜਿਨ੍ਹਾਂ ਦੇ ਜੋੜੇ ਝਾੜਦਾ ਉਹਨਾਂ ਨੂੰ ਹੀ ਨਾਲ ਹੀ ਝਾੜ ਦਿੰਦਾ, ਉਹਨਾਂ ਨੂੰ ਵੀ ਝਿੜਕਾ ਮਾਰੀ ਜਾਂਦਾ। ਭਾਵ ਹੀ ਨਹੀਂ ਸਮਝਿਆ ਜੋੜੇ ਝਾੜਨ ਦਾ ਕਿ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਲੈਣ ਵਾਸਤੇ, ਗੁਰਸਿੱਖਾਂ ਦੇ ਜੋੜਿਆਂ ਦੀ ਸੇਵਾ ਕਰਨ ਵਾਸਤੇ ਇੱਥੇ ਖਲੋਤਾ। ਤੇ ਕਈ ਵਾਰੀ ਫਿਰ ਕਿਸੇ ਕੋਲੇ ਟੋਕਨ ਟਾਗਨ ਜਿਹਾ ਗਵਾਚ ਜਾਵੇ, ਕਈ ਵਾਰੀ ਗਵਾਚ ਹੀ ਜਾਂਦਾ ਵਾ, ਬੰਦਾ ਭੁੱਲਣ ਆ ਰਿਹਾ ਤੇ ਉਹਨੂੰ ਕਹਿੰਦਾ ਤੈਨੂੰ ਪਤਾ ਨਹੀਂ, ਸਾਂਭ ਕੇ ਨਹੀਂ ਰੱਖਣਾ, ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਨਹੀਂ, ਉਹਨੂੰ ਵੀ ਨਾਲ ਝਾੜ ਝੰਬ ਨਾਲ ਹੀ ਕਰ ਦਿੰਦਾ। ਤੇ ਇਸ ਤਰ੍ਹਾਂ ਉਹ ਤੇ ਭਾਵਨਾ ਦੀਆਂ ਹੀ ਗੱਲਾਂ, ਪ੍ਰੇਮ ਦੇ ਨਾਲ। ਹਾਂ, ਕਿਸੇ ਤੋਂ ਵੀ ਕੋਈ ਗਲਤੀ ਹੋ ਸਕਦੀ ਹੈ, ਉਹਦੇ ਤੋਂ ਨਿਸ਼ਾਨੀ ਪੁੱਛ ਲਓ ਕਿ ਭਾਈ ਕੀ ਹੈ ਤੇਰਾ ਜੋੜੇ ਦੀ ਨਿਸ਼ਾਨੀ, ਕੀ ਕਿਹੋ ਜਿਹਾ ਤੇਰਾ ਜੋੜਾ ਵਾ,
ਹੈ। ਤੇ ਉਹ ਨਿਸ਼ਾਨੀ ਪੁੱਛ ਕੇ ਵੀ ਉਹਨੇ ਦੱਸ ਦੇਣਾ ਵਾ ਵੀ ਕੱਢੀ ਜੁੱਤੀ ਆ ਜਾਂ ਦੂਜੀ ਜੁੱਤੀ ਆ ਜਾਂ ਕਿਹੜੀ ਹੈ, ਜਾਂ ਚੱਪਲਾਂ ਵਾ ਜਾਂ ਸਲੀਪਰ ਵਾ, ਕਿਹੋ ਜਿਹਾ ਵਾ, ਨਿਸ਼ਾਨੀ ਪੁੱਛ ਕੇ ਉਹਦਾ ਦਿੱਤਾ ਜਾ ਸਕਦਾ। ਤੋ ਇਸ ਤਰੀਕੇ ਦੇ ਨਾਲ ਜੋੜਿਆਂ ਦੇ ਵਿੱਚ ਖਲੋਣ ਦਾ ਭਾਵ ਤੇ ਹੀ ਆ ਵੀ ਆਪਣੀ ਮੈਂ ਨੂੰ ਮਾਰਨਾ, ਆਪਣੇ ਹੰਕਾਰ ਨੂੰ ਮਾਰਨਾ, ਆਪਣੇ ਅੰਦਰ ਲੱਗੀ ਹੋਈ ਮੈਲ ਨੂੰ ਝਾੜਨਾ, ਜਿੱਥੋਂ ਬਾਹਰੋਂ ਸੇਵਾ ਕਰਨੀ। ਹਾਂ, ਜ਼ਿੰਮੇਵਾਰੀ ਵੀ ਰੱਖਣੀ ਪੈਂਦੀ ਉਹਨਾਂ ਨੂੰ, ਨਿਗਰਾਨੀ ਵੀ ਰੱਖਣੀ ਪੈਂਦੀ ਹੈ, ਸਾਰਾ ਹਿਸਾਬ ਕਿਤਾਬ ਰੱਖਣਾ ਪੈਂਦਾ। ਪਰ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਵੀ ਗੁਰਸਿੱਖਾਂ ਦੀ, ਰੱਬ ਦੇ ਪਿਆਰਿਆਂ ਦੀ, ਨਾਮ ਜਪਣ ਵਾਲਿਆਂ ਦੀ ਜੋ ਚਰਨ ਧੂੜੀ ਹੈ, ਅਸੀਂ ਬਾਸ਼ਦੇ ਹਾਂ, ਲੋਚਦੇ ਹਾਂ ਵੀ ਜੇ ਸ੍ਰੇਸ਼ਟ ਕਰਮ ਹੋਣ, ਭਾਗ ਹੋਣ, ਤਾਂ ਪੱਲੇ ਪੈਂਦੀ। ਇੱਕ ਪ੍ਰਤੱਖ ਧੂੜੀ ਤੇ ਦੂਸਰੀ ਸਾਧ ਸੰਗਤ ਜੀ ਸ਼ਰਧਾ ਰੂਪੀ ਧੂੜੀ। ਸ਼ਰਧਾ ਰੂਪੀ ਧੂੜੀ ਜਿਹੜੀ ਹੈ ਉਹ ਸ੍ਰੇਸ਼ਟ ਭਾਗ ਹੋਣ, ਵਾਹਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਹਿਰਦੇ ਰੂਪੀ ਪੱਲੇ ਵਿੱਚ ਪੈਂਦੀ ਹੈ। ਤਾਂ ਉਹਨਾਂ ਗੁਰਮੁਖਾਂ ਦੀ ਸੰਗਤ ਕੋਈ ਕਰਦਾ ਹੈ, ਤਾਂ ਨਾਮ ਜਪਣ ਵਾਲਿਆਂ ਦੇ ਨੇੜੇ ਬੈਠਦਾ ਹੈ। ਉਹਨਾਂ ਦੀ ਚਰਨ ਧੂੜ ਤਾਂ ਤੀਰਥ ਵੀ ਲੋਚਦੇ ਆ। ਚੌਥੇ ਪਾਤਸ਼ਾਹ ਨੇ ਆਖਿਆ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਉਹ ਤੀਰਥ ਵੀ ਕਹਿੰਦੇ ਵੀ ਨਾਮ ਜਪਣ ਵਾਲੇ ਸਾਡੇ ਵਿੱਚ ਆ ਕੇ ਚਰਨ ਪਾਉਣ। ਬਾਕੀ ਲੋਕ ਤਾਂ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ ਹੀ ਰਹਿੰਦੇ, ਦੁਨੀਆਦਾਰ, ਉਹ ਤਾਂ ਪਾਪਾਂ ਦੀ ਮੈਲ ਲਾ ਕੇ ਜਾਂਦੇ ਸਾਡੇ ਵਿੱਚ। ਕੋਈ ਨਾਮ ਜਪਣ ਵਾਲਾ, ਕੋਈ ਗੁਰਮੁਖ, ਕੋਈ ਸਾਧੂ, ਕੋਈ ਪ੍ਰਭੂ ਦਾ ਪਿਆਰਾ ਆਵੇ, ਚਰਨ ਪਾਵੇ, ਉਹ ਤਾਂ ਸਾਨੂੰ ਵੀ ਪਵਿੱਤਰ ਕਰ ਜਾਵੇ। ਉਹ ਵੀ ਲੋਚਦੇ। ਇਸ਼ਨਾਨ ਕਰਕੇ ਤੌਲੀਏ ਨਾਲ ਪਿੰਡਾ ਪੂੰਝੀਦਾ ਹੈ ਤੇ ਪਿੰਡਾ ਸਾਫ਼ ਕਰਦਿਆਂ ਕਰਦਿਆਂ ਇੱਕ ਦਿਨ ਉਹ ਪਿੰਡੇ ਨੂੰ ਸਾਫ਼ ਕਰਨ ਵਾਲਾ ਆਪ ਵੀ ਮੈਲਾ ਹੋ ਜਾਂਦਾ ਹੈ, ਤੌਲੀਆ। ਫਿਰ ਉਹਨੂੰ ਵੀ ਸਾਬਣ ਲਾ ਕੇ ਧੋਣਾ ਪੈਂਦਾ। ਤੀਰਥ ਕਹਿੰਦੇ ਅਸੀਂ ਦੁਨੀਆ ਦੇ ਲੋਕਾਂ ਦੀ ਮੈਲ ਲਾਉਂਦਿਆਂ ਸਾਨੂੰ ਵੀ ਮੈਲ ਲੱਗਦੀ ਹੈ। ਗੰਗਾ ਵੀ ਆਖਦੀ ਹੈ, ਜਮਨਾ ਵੀ ਆਖਦੀ ਹੈ, ਗੋਦਾਵਰੀ ਵੀ ਕਹਿੰਦੀ ਹੈ, ਸਰਸਵਤੀ ਵੀ ਕਹਿੰਦੀ ਹੈ। ਚੌਥੇ ਪਾਤਸ਼ਾਹ ਮਲਾਰ ਰਾਗ ਵਿੱਚ ਕਹਿੰਦੇ ਆ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਉਹ ਵੀ ਉਦਮ ਕਰਦੀਆਂ ਵੀ ਸਾਨੂੰ ਕੋਈ ਸਾਧੂ ਦੀ ਚਰਨ ਧੂੜੀ ਮਿਲੇ। ਕਿਉਂ ਮਿਲੇ? ਉਹ ਕਹਿੰਦੇ ਆ, ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ, ਪਾਪਾਂ ਦੀ ਮੈਲ ਨਾਲ ਭਰੇ ਹੋਏ ਲੋਕ ਸਾਡੇ ਵਿੱਚ ਆ ਕੇ ਪਏ, ਸਾਡੇ ਵਿੱਚ ਆ ਕੇ ਉਹਨਾਂ ਇਸ਼ਨਾਨ ਕੀਤੇ, ਸਾਡੇ ਵਿੱਚ ਆਪਣੀ ਮੈਲ ਲਾ ਕੇ ਗਏ। ਕੋਈ ਰੱਬ ਦਾ ਪਿਆਰਾ ਆਵੇ, ਹਮਰੀ ਮੈਲ ਸਾਧੂ ਕੀ ਧੂਰ ਗਵਾਏ, ਸਾਧੂ ਦੀ ਚਰਨ ਧੂੜੀ ਸਾਡੀ ਮੈਲ ਨੂੰ ਲਾਵੇ। ਨਾਮ ਜਪਣ ਵਾਲੇ ਉਹ ਪਵਿੱਤਰ ਹੋ ਜਾਂਦੇ ਆ। ਤਾਂ ਮਹਾਰਾਜ ਕਹਿੰਦੇ ਉਹਨਾਂ ਦੀ ਚਰਨ ਧੂੜੀ। ਫਿਰ ਭਾਈ ਗੁਰਦਾਸ ਸਾਹਿਬ ਜੀ ਤੋਂ ਕਿਸੇ ਨੇ ਪੁੱਛਿਆ, ਜਿਵੇਂ ਅੱਜ ਕੱਲ੍ਹ ਸ਼ੰਕੇ ਹੁੰਦੇ ਆ, ਇਸੇ ਤਰ੍ਹਾਂ ਉਹਨਾਂ ਦਿਨਾਂ ਵਿੱਚ ਵੀ ਸ਼ੰਕੇ। ਇਹ ਤਾਂ ਆਦਿਕਾਲ ਤੋਂ ਹੀ ਆ ਤੇ ਸੁਭਾਵਿਕ ਹੀ ਹੈ। ਜੇ ਨਾ ਸਮਝ ਪਵੇ ਤੇ ਪੁੱਛਣ ਦਾ ਫਰਜ਼ ਵੀ ਹੁੰਦਾ ਹੈ। ਜਿਸ ਗੱਲ ਦੀ ਨਾ ਸਮਝ ਪਵੇ ਉਹ ਫਿਰ ਜਗਿਆਸੂ ਪੁੱਛਦਾ ਵੀ ਹੈ। ਭਾਈ ਸਾਹਿਬ ਤੋਂ ਪੁੱਛਿਆ, ਭਾਈ ਸਾਹਿਬ ਜੀ ਇਹ ਚਰਨ ਧੂੜੀ 'ਚ ਇਸ਼ਨਾਨ ਕਿਵੇਂ ਕੀਤਾ ਜਾਂਦਾ, ਸਾਨੂੰ ਦੱਸੋ। ਬਾਣੀ ਵਿੱਚ ਚਰਨ ਧੂੜੀ ਦੀ ਗੱਲ ਬਹੁਤ ਆਉਂਦੀ ਹੈ। ਗੁਰਸਿੱਖਾਂ ਦੀ ਧੂੜੀ ਦੇ ਉਹ ਕਿਵੇਂ ਇਸ਼ਨਾਨ ਕੀਤਾ ਜਾਂਦਾ ਹੈ ਚਰਨ ਧੂੜੀ ਦੇ ਵਿੱਚ। ਜਿਵੇਂ ਬਚਨ ਆਇਆ ਜੀ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਕਿਵੇਂ ਧੂੜੀ ਵਿੱਚ ਇਸ਼ਨਾਨ ਕਰਨਾ ਹੈ? ਤੇ ਭਾਈ ਸਾਹਿਬ ਕਹਿੰਦੇ, ਜਦੋਂ ਗੁਰਸਿੱਖਾਂ ਦੀ ਸੰਗਤ ਕਰੀਏ, ਨਾਮ ਜਪਣ ਵਾਲਿਆਂ ਦੀ ਸੰਗਤ ਕਰੀਏ, ਤੇ ਜਿੱਥੇ ਸੰਗਤ ਬੈਠ ਕੇ ਨਾਮ ਜਪਦੀ, ਉੱਥੇ ਜਦੋਂ ਸੇਵਾ ਕਰਨੀਆਂ, ਉੱਥੋਂ ਦੀਆਂ ਦਰੀਆਂ ਝਾੜਦੀਆਂ। ਇਹ ਸੁਤੇ ਸਿੱਧੀ ਭਾਈ ਦਰੀਆਂ ਝਾੜਦਿਆਂ ਧੂੜੀ 'ਚ ਇਸ਼ਨਾਨ ਹੋ ਜਾਂਦਾ। ਜਦੋਂ ਚਾਰ ਜਾਣੇ ਫੜ ਕੇ ਇੱਕ ਦਰੀ ਨੂੰ ਝਾੜਦੇ ਆ, ਜ਼ੋਰ ਜ਼ੋਰ ਦੇ ਨਾਲ ਉਹਦੇ ਵਿੱਚੋਂ ਜਿਹੜੀ ਧੂੜ ਉਹਨੂੰ ਕੱਢਿਆ ਜਾਂਦਾ, ਝਾੜਿਆ ਜਾਂਦਾ, ਵੀ ਝਾੜ ਕੇ ਫੇਰ ਵਿਛਾਉਣਾ, ਤੇ ਉਹ ਆਪਣੇ ਆਪ ਧੂੜੀ ਉੱਤੇ ਪੈ ਜਾਂਦੀ ਹੈ ਤੇ ਧੂੜੀ 'ਚ ਇਸ਼ਨਾਨ ਹੋ ਜਾਂਦਾ। ਜਿਹੜੀ ਸੰਗਤ ਦੀ ਸੇਵਾ ਕਰਨੀ ਹੈ, ਭਾਂਡੇ ਮਾਂਜਣੇ, ਜੋੜੇ ਝਾੜਨੇ, ਝਾੜੂ ਫੇਰਨਾ, ਦਰੀਆਂ ਝਾੜਨੀਆਂ, ਪੋਚੇ ਲਾਉਣੇ, ਇਹ ਜਿੰਨੇ ਵੀ ਪ੍ਰਕਾਰ ਦੀ ਸੇਵਾ ਹੈ, ਸੰਗਤ ਦੀ ਸੇਵਾ, ਗੁਰੂ ਕੀ ਸੇਵਾ, ਉਹਦੇ ਵਿੱਚ ਸੁਤੇ ਸਿੱਧੀ ਧੂੜੀ ਦਾ ਇਸ਼ਨਾਨ ਹੋ ਜਾਂਦਾ। ਇਹ ਨਹੀਂ ਵੀ ਧੂੜੀ ਇਕੱਠੀ ਕਰਕੇ ਕੋਈ ਪਾਣੀ 'ਚ ਪਾ ਕੇ ਤੇ ਫਿਰ ਨਹਾਉਣਾ ਤੇ ਫਿਰ ਇਸ਼ਨਾਨ ਕਰਨਾ, ਇਸ ਤਰ੍ਹਾਂ ਨਹੀਂ। ਸੇਵਾ ਕਰਦਿਆਂ ਹੀ ਜਿਹੜੀ ਸੁਤੇ ਸਿੱਧ ਧੂੜੀ ਪੈ ਜਾਣੀ, ਇਹੀ ਧੂੜੀ ਦਾ ਇਸ਼ਨਾਨ। ਭਾਈ ਸਾਹਿਬ ਦੀ ਪਵਿੱਤਰ ਪੰਕਤੀ, ਉਹ ਕਹਿੰਦੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜਿਨ੍ਹਾਂ ਨੇ ਸੰਗਤ ਦੇ ਤੱਪੜ ਝਾੜ ਕੇ ਵਿਛਾਏ ਆ ਨਾ, ਉਹਨਾਂ ਨੇ ਜਾਣੋ ਕਿ ਚਰਨ ਧੂੜੀ ਦੇ ਵਿੱਚ ਇਸ਼ਨਾਨ ਕਰ ਲਿਆ ਹੈ, ਉਹਨਾਂ ਨੇ ਨਹਾ ਲੈਣਾ ਕੀਤਾ ਹੈ। ਤਾਂ ਭਾਗਾਂ ਦੇ ਨਾਲ ਭਾਈ ਇਹ ਸ਼ਰਧਾ ਪੈਦਾ ਹੁੰਦੀ ਹੈ
ਸ਼ਰਧਾ ਰੂਪੀ ਧੂੜ ਵੀ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ, ਪ੍ਰਤੱਖ ਸੰਗਤ ਦੀ ਧੂੜ ਵੀ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਜੋ ਰੰਗੇ ਰੰਗ ਗੋਬਿੰਦ ਕੈ, ਜਿਹੜੇ ਰੰਗੇ ਗਏ ਗੋਬਿੰਦ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ, ਹਉ ਤਿਨ ਬਲਿਹਾਰੇ ਜਾਓ। ਮਹਾਰਾਜ ਕਹਿੰਦੇ ਅਸੀਂ ਤਿਨਾਂ ਤੋਂ ਬਲਿਹਾਰ ਜਾਂਦੇ ਹਾਂ, ਅਸੀਂ ਤਿਨਾਂ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਆਖਾ ਬਿਰਥਾ ਜੀ ਕੀ, ਜਿਹੜੇ ਉਹ ਰੰਗੇ ਗਏ ਨਾ ਵਾਹਿਗੁਰੂ ਦੇ ਨਾਮ ਰੰਗ ਵਿੱਚ, ਉਹਨਾਂ ਦੇ ਅੱਗੇ ਮਹਾਰਾਜ ਕਹਿੰਦੇ ਆਖਦੇ ਆਪਣੀ ਬਿਰਥਾ, ਆਪਣੀ ਜੋ ਹਾਲਤ ਹੈ ਅੰਦਰ ਦੀ ਜੀ ਕੀ, ਜਿਹੜੀ ਅੰਦਰ ਜੀਵ ਆਤਮਾ ਦੀ ਬਿਰਥਾ ਹੈ, ਅੰਦਰ ਦੀ ਪੀੜਾ ਹੈ, ਅੰਦਰ ਦੀ ਵੇਦਨਾ ਹੈ, ਉਹਨਾਂ ਨਾਮ ਰੰਗਿਆਂ ਵਿੱਚ, ਨਾਮ ਰੰਗ ਦੇ ਰੰਗ ਦੇ ਵਿੱਚ ਜਿਹੜੇ ਰੰਗੇ ਹੋਏ ਆ, ਪਰਮੇਸ਼ਰ ਦੇ ਪਿਆਰ ਵਿੱਚ ਜੋ ਰੰਗੇ ਹੋਏ ਆ, ਉਹਨਾਂ ਅੱਗੇ ਬੇਨਤੀ ਕਰਦੇ ਹਾਂ ਹਰ ਸੱਜਣ ਮਿਲਹੁ ਰਾਏ। ਕਿ ਹੇ ਪ੍ਰਭੂ ਦੇ ਪਿਆਰਿਓ, ਤੁਸੀਂ ਰਾਜਾ ਸਰੂਪ ਤੇ ਸਾਨੂੰ ਵੀ ਉਸ ਹਰੀ ਸੱਜਣ ਦੇ ਨਾਲ ਮਿਲ ਦਿਓ ਜੋ ਪਰਮੇਸ਼ਰ ਸਾਰਿਆਂ ਦਾ ਰਾਜਾ ਹੈ। ਪੂਰੇ ਮੇਲ ਆਇਆ, ਉਹਨਾਂ ਗੁਰਮੁਖਾਂ ਨੇ ਨਾਮ ਰੰਗ ਵਿੱਚ ਰੰਗਿਆ ਹੋਇਆਂ ਨੇ ਫਿਰ ਦੱਸਿਆ ਜਗਿਆਸੂ ਨੂੰ ਵੀ ਸਾਨੂੰ ਤਾਂ ਪੂਰੇ ਗੁਰੂ ਸਾਹਿਬ ਨੇ ਮਿਲਾਇਆ ਹੈ ਪਰਮੇਸ਼ਰ ਦੇ ਨਾਲ, ਤੇ ਆ ਭਾਈ ਤੈਨੂੰ ਵੀ ਪੂਰੇ ਗੁਰੂ ਸਾਹਿਬ ਦੇ ਨਾਲ ਮਿਲਾ ਦਿੰਦੇ ਆ। ਤੇ ਪੂਰੇ ਗੁਰੂ ਸਾਹਿਬ ਹੀ ਮਿਲਾਉਣ ਵਾਲੇ, ਜਿਨ੍ਹਾਂ ਜਿਨ੍ਹਾਂ ਨੂੰ ਪੂਰੇ ਗੁਰੂ ਸਾਹਿਬ ਨੇ ਪ੍ਰਭੂ ਨਾਲ ਮਿਲਾਇਆ ਹੈ, ਜਨਮ ਮਰਨ ਦੁਖ ਜਾਏ। ਜਿਹੜੇ ਵਾਹਿਗੁਰੂ ਨਾਲ ਮਿਲ ਗਏ ਉਹਨਾਂ ਦਾ ਫਿਰ ਜਨਮ ਤੇ ਮਰਨ ਦਾ ਦੁੱਖ ਚਲੇ ਗਿਆ। ਜਨ ਨਾਨਕ ਪਾਇਆ ਅਗਮ ਰੂਪ, ਉਹਨਾਂ ਜਨਾਂ ਨੇ ਪ੍ਰਾਪਤ ਕਰ ਲਿਆ ਵਾਹਿਗੁਰੂ ਪਰਮੇਸ਼ਰ ਜੋ ਅਗਮ ਰੂਪ ਹੈ, ਜਿਸ ਦਾ ਰੂਪ ਮਨ ਦੀ ਗਮਤਾ ਤੋਂ ਪਰੇ ਹੈ, ਜੋ ਵੇਦਾਂ ਸ਼ਾਸਤਰਾਂ ਦੀ ਗਮਤਾ ਤੋਂ ਵੀ ਪਰੇ ਹੈ, ਜਿਸ ਦਾ ਰੂਪ, ਉਸ ਅਗਮ ਰੂਪ ਨੂੰ ਪਰਮੇਸ਼ਰ ਨੂੰ ਜਨਾਂ ਨੇ, ਸੇਵਕਾਂ ਨੇ ਪਾ ਲਿਆ, ਪ੍ਰਾਪਤ ਕਰ ਲਿਆ ਹੈ। ਤਨ ਕਾਹੂ ਜਾਏ, ਜਿਨ੍ਹਾਂ ਨੇ ਪ੍ਰਭੂ ਨੂੰ ਪਾਇਆ ਫਿਰ ਉਹਨਾਂ ਦਾ ਮਨ ਅਨੰਤ ਹੋਰ ਥਾਵੇਂ ਨਹੀਂ ਜਾਂਦਾ ਹੈ ਕਿਸੇ ਪਾਸੇ, ਉਹ ਵਾਹਿਗੁਰੂ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਸੱਜੇ ਖੱਬੇ ਹੋਰ ਕਿਸੇ ਪਾਸੇ ਨਹੀਂ ਜਾਂਦੇ ਹਨ। ਜਿਨ੍ਹਾਂ ਜਿਨ੍ਹਾਂ ਨੇ ਵੀ ਪਾਇਆ ਹੈ ਨਾ, ਉਹਨਾਂ ਨੇ ਪੂਰੇ ਗੁਰੂ ਦੇ ਲੜ ਲੱਗ ਕੇ ਪ੍ਰਾਪਤੀ ਕੀਤੀ ਹੈ, ਪੂਰੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਇਸ ਕਰਕੇ ਮਹਾਰਾਜ ਅੰਮ੍ਰਿਤ ਬਾਣੀ ਚ ਵਾਰ-ਵਾਰ ਕਹਿੰਦੇ ਹਨ, ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਪੂਰੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਨਾਮ ਧਨ ਦੇ ਭੰਡਾਰੇ ਭਰ ਲੋ ਭਾਈ। ਪੂਰੇ ਗੁਰੂ ਸਾਹਿਬ ਜੀ ਦਾ ਉਪਦੇਸ਼ ਲੈ ਕਰਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ ਉਹਨਾਂ ਗੁਰਮੁਖਾਂ ਨੂੰ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਮਹਾਰਾਜ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਧਨ ਸੋ ਵੇਲਾ ਘੜੀ ਧਨ, ਮਹਾਰਾਜ ਕਹਿੰਦੇ ਉਹ ਦਿਨ ਦਾ ਵੇਲਾ ਵੀ ਧਨਤਾ ਦੇ ਯੋਗ ਹੈ, ਉਹ ਘੜੀ ਵੀ ਧਨਤਾ ਦੇ ਯੋਗ ਭਾਗਾਂ ਵਾਲੀ ਹੈ। ਧਨ ਮੂਰਤ ਪਲ ਸਾਰ, ਉਹ ਦੋ ਘੜੀਆਂ ਦਾ ਸਮਾਂ ਵੀ ਧਨ ਹੈ, ਉਹ ਪਲ ਵੀ ਸਾਰ ਸ੍ਰੇਸ਼ਟ ਹੈ। ਧਨ ਸੋ ਦਿਨ ਸੰਜੋਗੜਾ, ਉਹ ਦਿਨ ਵੀ ਸੰਜੋਗੜਾ ਸ੍ਰੇਸ਼ਟ ਸੰਜੋਗ ਵਾਲਾ ਧਨਤਾ ਦੇ ਯੋਗ ਹੈ। ਡਿਠਾ ਗੁਰ ਦਰਸਾਰ, ਜਿਸ ਵੇਲੇ ਗੁਰੂ ਸਾਹਿਬ ਜੀ ਦਾ ਦਰਸ਼ਨ ਵੇਖਿਆ ਉਹ ਦਿਨ ਵੀ ਭਾਗਾਂ ਵਾਲਾ ਹੈ, ਜਿਸ ਦਿਨ ਨੇ ਗੁਰੂ ਸਾਹਿਬ ਦੇ ਨਾਲ ਮਿਲਾ ਦਿੱਤਾ। ਧਨਤਾ ਯੋਗ ਉਹ ਦਿਨ ਹੈ ਜਿਸ ਵੇਲੇ ਗੁਰੂ ਸਾਹਿਬ ਜੀ ਦਾ ਦਰਸ਼ਨ ਪ੍ਰਾਪਤ ਹੋਇਆ। ਇਸੇ ਪ੍ਰਕਾਰ ਆਰੰਭ ਤੋਂ ਫੇਰ ਇਹ ਪੜ੍ਹੀਏ। ਧਨ ਸੋ ਵੇਲਾ ਘੜੀ ਧਨ, ਧਨ ਹੈ ਸੋ ਸ੍ਰੇਸ਼ਟ ਵੇਲਾ। ਵੇਲਾ ਚਾਰ ਘੜੀਆਂ ਦੇ ਸਮੇਂ ਨੂੰ ਵੀ ਕਹਿੰਦੇ ਹਨ, ਚਾਰ ਘੜੀਆਂ ਦਾ ਸਮਾਂ ਵੀ ਉਹ ਧਨਤਾ ਦੇ ਯੋਗ ਹੈ। ਇਸੇ ਪ੍ਰਕਾਰ ਧਨ ਸੋ ਵੇਲਾ, ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋਇਆ ਹੈ ਸੋ ਉਹ ਸ੍ਰੇਸ਼ਟ ਵੇਲਾ ਮਨੁੱਖਾ ਜਨਮ ਦਾ ਵੀ ਧਨਤਾ ਦੇ ਯੋਗ ਹੈ। ਘੜੀ ਧਨ ਤੇ ਮਨੁੱਖਾ ਜਨਮ ਦੇ ਵਿੱਚ ਜਿਸ ਵੇਲੇ ਸਤ ਸੰਗਤ ਪ੍ਰਾਪਤ ਹੋਈ, ਉਹ ਸਤ ਸੰਗਤ ਵਾਲੀ ਘੜੀ ਵੀ ਧਨਤਾ ਦੇ ਯੋਗ ਹੈ। 24 ਮਿੰਟ ਦੀ ਘੜੀ ਹੁੰਦੀ ਹੈ, ਉਹ ਸਮਾਂ ਵੀ ਜਿਹੜਾ ਹੈ ਉਹ ਘੜੀ ਦਾ ਸਮਾਂ ਵੀ ਧਨਤਾ ਦੇ ਯੋਗ ਹੈ। ਧਨ ਮੂਰਤ ਪਲ ਸਾਰ, ਤੇ ਮੂਰਤ ਧਨਤਾ ਦੇ ਯੋਗ ਹੈ। ਦੋ ਘੜੀਆਂ ਦਾ ਸਮਾਂ, ਮੂਰਤ ਕਹਿੰਦੇ ਦੋ ਘੜੀਆਂ ਦੇ ਸਮੇਂ ਨੂੰ। 48 ਮਿੰਟ ਦਾ ਸਮਾਂ ਵੀ ਧਨਤਾ ਦੇ ਯੋਗ ਹੈ, ਜਿਸ ਵੇਲੇ ਸਤ ਸੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਿਆ, ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਸੁਣਿਆ, ਗੁਰੂ ਸਾਹਿਬ ਜੀ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਸੁਣੀ, ਗੁਰੂ ਕਾ ਉਪਦੇਸ਼ ਸੁਣਿਆ,
ਉਹ 2 ਘੜੀਆਂ ਦਾ ਸਮਾਂ ਵੀ ਧਨ ਹੋ ਗਿਆ। ਪਲ ਸਾਰ, ਉਹ ਪਲਕ ਦਾ ਸਮਾਂ ਵੀ ਸਾਰ ਸ੍ਰੇਸ਼ਟ ਹੈ, ਜਿਸ ਨੇ ਸਾਰ ਸਰੂਪ ਸ੍ਰੇਸ਼ਟ ਸਰੂਪ ਪਰਮੇਸ਼ਰ ਦੇ ਨਾਲ ਮਿਲਾਇਆ ਹੈ। ਇਹ ਘੜੀ ਦਾ ਜਿਹੜਾ 60ਵਾਂ ਹਿੱਸਾ ਹੈ ਉਸ ਨੂੰ ਪਲ ਆਖਿਆ ਜਾਂਦਾ ਹੈ। 60 ਪਲਾਂ ਦੀ ਘੜੀ ਹੁੰਦੀ ਹੈ ਇੱਕ। ਇਸ ਕਰਕੇ ਇੱਕ ਘੜੀ ਦੇ 60 ਟੁਕੜੇ ਕਰ ਦਈਏ ਤੇ ਇੱਕ ਹਿੱਸੇ ਦਾ ਨਾਮ ਪਲ ਹੈ। ਇੰਨਾ ਕੁ ਸਮਾਂ ਜਿਹੜਾ ਉਹ ਵੀ ਸ੍ਰੇਸ਼ਟ ਹੈ। ਧਨ ਸੋ ਦਿਨ ਸੰਜੋਗੜਾ, ਤੇ ਧਨ ਹੈ ਉਹ ਦਿਨਸ ਜਿਸ ਵੇਲੇ ਗੁਰੂ ਕੀ ਸਿੱਖੀ ਪ੍ਰਾਪਤ ਹੋਈ, ਗੁਰੂ ਕੀ ਸਿੱਖੀ ਦਾ ਸੰਜੋਗ ਬਣਿਆ। ਚਿਤ ਡਿਠਾ ਗੁਰ ਦਰਸਾਰ, ਜਿਸ ਵੇਲੇ ਗੁਰੂ ਵਾਲੇ ਬਣੇ, ਜਿਸ ਮੌਕੇ ਤੇ ਗੁਰੂ ਕਾ ਦਰਸਾਰ, ਗੁਰੂ ਕਾ ਦਰਸ਼ਨ ਪ੍ਰਾਪਤ ਹੋਇਆ, ਉਹ ਦਿਨ ਵੀ ਧਨਤਾ ਦੇ ਯੋਗ ਹੈ, ਭਾਗਾਂ ਵਾਲਾ ਉਹ ਦਿਨ ਹੈ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਉਹ ਭਾਗਾਂ ਵਾਲਾ ਦਿਨ ਹੈ, ਧਨਤਾ ਦੇ ਯੋਗ ਹੈ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਜਿਸ ਵੇਲੇ ਗੁਰੂ ਕਾ ਦਰਸ਼ਨ ਪ੍ਰਾਪਤ ਹੋਵੇ, ਉਹ ਦਿਨ ਵੀ ਭਾਗਾਂ ਵਾਲਾ ਤੇ ਸ੍ਰੇਸ਼ਟ ਹੈ। ਮਨ ਕੀਆ ਇੱਛਾ ਪੂਰੀਆ, ਕਿਉਂਕਿ ਮਨ ਦੀਆਂ ਸਾਰੀਆਂ ਵਾਸ਼ਨਾਵਾਂ, ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਹਰ ਪਾਇਆ ਅਗਮ ਅਪਾਰ, ਕਿਉਂਕਿ ਹਰੀ ਪਾ ਲਿਆ, ਵਾਹਿਗੁਰੂ ਪਾ ਲਿਆ, ਜੋ ਅਗਮ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਅਪਾਰ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਰਾਰ ਪਾਰ ਦਾ ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜੋ ਬੇਅੰਤੀ ਬੇਅੰਤ ਹੈ, ਬਲਿਹਾਰ ਹੀ ਜਾਇਆ ਜਾ ਸਕਦਾ ਹੈ, ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਉਸ ਹਰੀ ਨੂੰ ਅਗਮ ਅਪਾਰ ਨੂੰ ਪ੍ਰਾਪਤ ਕਰ ਲਿਆ। ਹਉਮੈ ਟੁੱਟਾ ਮੋਹੜਾ, ਮਹਾਰਾਜ ਕਹਿੰਦੇ ਹਉਮੈ ਦਾ ਮੋਹੜਾ ਜਿਹੜਾ ਹੈ ਨਾ ਉਹ ਟੁੱਟ ਗਿਆ। ਮੋਹੜਾ ਹੁੰਦਾ ਹੈ, ਮਹਾਂਪੁਰਖਾਂ ਨੇ ਕਥਨ ਕੀਤਾ ਕਿ ਜਿਵੇਂ ਪਿਛਲੇ ਸਮੇਂ ਵਿੱਚ ਨਗਰ ਦੇ ਆਲੇ ਦੁਆਲੇ ਫਸੀਲ ਕੀਤੀ ਜਾਂਦੀ ਸੀ, ਕੰਧ ਉੱਚੀ ਕੀਤੀ ਜਾਂਦੀ ਸੀ ਨਗਰ ਦੀ ਰੱਖਿਆ ਵਾਸਤੇ, ਸ਼ਹਿਰ ਦੀ ਰੱਖਿਆ ਵਾਸਤੇ, ਤੇ ਫਿਰ ਦਰਵਾਜ਼ਾ ਰੱਖਿਆ ਜਾਂਦਾ ਸੀ, ਜਿਹੜਾ ਮੁੱਖ ਦਰਵਾਜ਼ਾ ਸੀ ਉਹਨੂੰ ਮੋਹੜਾ ਕਹਿੰਦੇ ਹੁੰਦੇ ਸੀ ਕਿ ਉਸ ਦਰਵਾਜ਼ੇ ਥਾਣੀ ਅੰਦਰ ਕੋਈ ਪ੍ਰਵੇਸ਼ ਕਰ ਸਕਦਾ ਹੈ। ਕੰਧ ਤੇ ਬੜੀ ਉੱਚੀ ਹੁੰਦੀ ਸੀ, 25-30 ਫੁੱਟ ਉੱਚੀ। ਤੋ ਇਸ ਪ੍ਰਕਾਰ ਦੇ ਨਾਲ ਉਹ ਇਸ ਤਰੀਕੇ ਦੇ ਨਾਲ ਜਦੋਂ ਪਿਛਲੇ ਸਮੇਂ 'ਚ ਉਹ ਨਗਰ ਦੀ ਰੱਖਿਆ ਵਾਸਤੇ ਰਾਜੇ ਲੋਕ ਕੰਧਾਂ ਕਰਦੇ ਸੀ ਨਾ, ਉਹ ਹੁਣ ਕਿਤੇ ਕਿਤੇ ਉਹ ਕੰਧਾਂ ਵੇਖੀਆਂ ਜਾ ਸਕਦੀਆਂ। ਦਰਬਾਰ ਇਸੇ ਤਰ੍ਹਾਂ ਸੱਚਖੰਡ ਹਜੂਰ ਸਾਹਿਬ ਨੂੰ ਜਾਈਏ ਤੇ ਰਸਤੇ ਵਿੱਚ ਬੁਰਹਾਨਪੁਰ ਆਉਂਦਾ ਹੈ, ਜਿੱਥੇ ਬੜੀ ਸੰਗਤ ਗੁਰਦੁਆਰਾ ਸਾਹਿਬ ਹੈ। ਉਸ ਬੁਰਹਾਨਪੁਰ ਦੇ ਵਿੱਚ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੋਹਣਾ ਸਰੂਪ, ਸੁਨਹਿਰੀ ਸਰੂਪ ਵੀ ਹੈ। ਕਲਗੀਧਰ ਪਾਤਸ਼ਾਹ ਦੇ ਵੇਲੇ ਉਹ ਪਵਿੱਤਰ ਸਰੂਪ ਲਿਖਿਆ ਗਿਆ, ਔਰ ਉਸ ਪਾਵਨ ਬੀੜ ਨੂੰ ਸੁਨਹਿਰੀ ਬੀੜ ਤਾਂ ਕਿਹਾ ਜਾਂਦਾ, ਉਹਦੇ ਵਿੱਚ ਸੋਨਾ ਲੱਗਾ ਹੋਇਆ ਥਾਂ ਥਾਂ ਤੇ। ਕਾਗਜ਼ ਦੇ ਵਿੱਚ ਸੋਨੇ ਦੀ ਜੜਤਕਾਰੀ ਕਰਵਾਈ ਸੀ। ਜਿੱਥੋਂ ਰਾਗ ਆਰੰਭ ਹੁੰਦਾ ਉੱਥੇ ਸੋਨਾ ਲੱਗਾ, ਜਿੱਥੇ ਜਪਜੀ ਸਾਹਿਬ ਆਰੰਭ ਹੁੰਦਾ ਉੱਥੇ ਸੋਨਾ ਲੱਗਾ, ਵੱਖ-ਵੱਖ ਥਾਵਾਂ ਤੇ ਸਾਰੀ ਬਾਣੀ 'ਚ ਸੋਨਾ ਲੱਗਾ। ਤਾਂ ਉਸ ਬੁਰਹਾਨਪੁਰ ਸ਼ਹਿਰ ਦੇ ਆਲੇ ਦੁਆਲੇ ਕੰਧ ਹੋਈ ਆ, ਹੁਣ ਵੀ ਉਹ ਕੰਧ ਹੈ। ਕਿਤੇ ਕਿੰਨੀ ਲੰਮੀ, ਕਿਤੇ ਢੱਠੀ ਹੈ, ਕਿਤੇ ਕਿੰਨੀ ਲੰਮੀ ਹੈ। ਹੁਣ ਵੀ ਉਹ ਕੰਧ ਜਿਹੜੀ ਉਸ ਤਰ੍ਹਾਂ ਜਿਉਂ ਦੀ ਤਿਉਂ ਦਿਸਦੀ ਹੈ। ਕਈ ਸਦੀਆਂ ਪੁਰਾਣੀ ਹੈ ਵੀ ਨਗਰ ਦੀ ਰੱਖਿਆ ਵਾਸਤੇ ਉਸ ਮੌਕੇ ਦੇ ਰਾਜੇ ਨੇ ਉਹ ਕੰਧ ਕਰਾਈ ਹੋਈ ਸੀ। ਤਾਂ ਉਹ ਜਿਹੜਾ ਇੱਕ ਦਰਵਾਜ਼ਾ ਹੁੰਦਾ ਸੀ ਉਹਨੂੰ ਮੋਹੜਾ ਕਹਿੰਦੇ ਸੀ। ਮਹਾਰਾਜ ਕਹਿੰਦੇ ਵੀ ਇੱਥੇ ਮੋਹੜਾ ਕਿਹੜਾ ਹੈ? ਉਹ ਮੋਹੜਾ ਜੇ ਬੰਦ ਹੈ, ਦਰਵਾਜ਼ਾ ਬੰਦ ਹੈ ਤੇ ਕੋਈ ਅੰਦਰ ਨਹੀਂ ਆ ਸਕਦਾ, ਜਦੋਂ ਖੁੱਲਦਾ ਹੈ ਤੇ ਫਿਰ ਕੋਈ ਅੰਦਰ ਆਉਂਦਾ। ਤਾਂ ਇੱਥੇ ਦਰਵਾਜ਼ਾ ਲੱਗਾ ਹੋਇਆ ਹਉਮੈ ਦਾ, ਹਉਮੈ ਦਾ ਮੋਹੜਾ ਲੱਗਾ ਹੈ। ਹਉਮੈ ਹੀ ਨਹੀਂ ਰੱਬ ਦੇ ਘਰ ਵਿੱਚ ਜਾਣ ਦਿੰਦੀ। ਜੇ ਕਿਤੇ ਆ ਵੀ ਜਾਵੇ ਬੰਦਾ ਤੇ ਇੱਥੇ ਵੀ ਫੂਫਾਂ ਜੀ ਕਰਦਾ ਰਹਿੰਦਾ, ਚੌੜਾ ਹੋ ਕੇ ਤੁਰਦਾ ਹੈ, ਆਕੜ ਕੇ ਤੁਰਦਾ ਹੈ। ਤੇ ਮਹਾਰਾਜ ਕਹਿੰਦੇ ਇੱਥੇ ਨਿਮਾਣਾ ਹੋ ਕੇ ਆ, ਵੀ ਜੇ ਤੈਨੂੰ ਮਾਣ ਦਿੱਤਾ ਵੀ ਆ ਰੱਬ ਨੇ, ਕੋਈ ਅਹੁਦਾ ਦਿੱਤਾ ਵੀ ਆ, ਕੋਈ ਦੌਲਤ ਦਿੱਤੀ ਆ, ਕੋਈ ਧਨ ਪਦਾਰਥ ਦਿੱਤਾ ਵਾ, ਉਹਦਾ ਮਾਣ ਇੱਥੇ ਨਾ ਚੁੱਕੀ। ਫਿਰ ਇੱਥੇ ਤੇ ਨਿਮਾਣਾ ਹੋ ਕੇ ਆਵੇਂਗਾ ਤੇ ਨਿਮਾਣਿਆਂ ਨੂੰ ਇੱਥੇ ਮਾਣ ਮਿਲਦਾ, ਨਿਤਾਣਿਆਂ ਨੂੰ ਇੱਥੋਂ ਤਾਣ ਮਿਲਦਾ, ਨਿਓਟਿਆਂ ਦੀ ਇੱਥੋਂ ਓਟ ਮਿਲਦੀ। ਇੱਥੋਂ ਤੇ ਓਟ ਲੈਣ ਆਉਣੀ, ਇੱਥੇ ਆਪਣਾ ਕੋਈ ਵਿਖਾਵਾ ਥੋੜਾ ਕਰਨ ਆਉਣਾ। ਇਸ ਕਰਕੇ ਜਦੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਆਏ ਨਾ,
ਬੀਬੀ ਅਮਰੋ ਜੀ ਦੇ ਨਾਲ, ਤਾਂ ਦੂਜੇ ਪਾਤਸ਼ਾਹ ਨੇ ਇੱਕ ਖੇਸ ਉੱਤੇ 5 ਪੈਸੇ ਰੱਖ ਕਰਕੇ ਮਿਲਣੀ ਕਰਨੀ ਚਾਹੀ ਵੀ ਸਾਡੇ ਕੁੜਮ ਦੇ ਭਰਾ ਆਏ ਆ। ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਦੇ ਪੁੱਤਰ ਦੇ ਨਾਲ ਮਹਾਰਾਜ ਦੂਜੇ ਪਾਤਸ਼ਾਹ ਦੀ ਸਪੁੱਤਰੀ ਬੀਬੀ ਅਮਰੋ ਜੀ ਵਿਆਹੇ ਹੋਏ ਸਨ। ਫਿਰ ਰਿਸ਼ਤਾ ਸੰਸਾਰੀ ਤੌਰ ਤੇ ਕੁੜਮਾਚਾਰੀ ਦਾ ਸੀ। ਤੇ ਤੀਜੇ ਪਾਤਸ਼ਾਹ ਮਹਾਰਾਜ ਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ, ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਗੁਰੂ ਘਰ ਵਿੱਚ, ਮੈਂ ਕੁੜਮ ਬਣ ਕੇ ਨਹੀਂ ਆਇਆ, ਕਿਰਪਾ ਕਰੋ ਮੈਨੂੰ ਆਪਣਾ ਸੇਵਕ ਬਣਾ ਲਓ। ਤੇ ਚਰਨਾਂ ਤੇ ਸਿਰ ਰੱਖ ਦਿੱਤਾ, ਨਮਸਕਾਰ ਕੀਤੀ, ਚਰਨਾਂ ਤੇ ਸਿਰ ਰੱਖਿਆ। ਔਰ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੋਵਾਂ ਮੋਢਿਆਂ ਤੋਂ ਫੜ ਕੇ, ਬਾਹਾਂ ਤੋਂ ਫੜ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਆਪਣੀ ਸੇਵਾ ਦਿੱਤੀ। ਆਖਿਆ ਪੁਰਖਾ ਗਾਗਰ ਲੈ ਲਓ ਤੇ ਬਿਆਸ ਦਰਿਆ ਤੋਂ ਜਲ ਲੈ ਕੇ ਆਇਆ ਕਰੋ ਤੇ ਸਾਡਾ ਇਸ਼ਨਾਨ ਕਰਾਇਆ ਕਰੋ। ਉਹ ਸਾਨੂੰ ਹੀ ਸਿੱਖਿਆ ਦਿੱਤੀ ਤੀਜੇ ਪਾਤਸ਼ਾਹ ਮਹਾਰਾਜ ਨੇ ਕਿ ਗੁਰਸਿੱਖੋ, ਜੇ ਗੁਰੂ ਘਰ ਵਿੱਚ ਆਉਣਾ ਤੇ ਇੱਥੇ ਰਿਸ਼ਤੇਦਾਰ ਬਣ ਕੇ ਨਾ ਆਈਏ, ਇੱਥੇ ਕੁੜਮ ਬਣ ਕੇ ਨਾ ਆਈਏ, ਇੱਥੇ ਤਾਂ ਨਿਮਾਣੇ ਬਣ ਕੇ ਆਈਏ। ਨਿਤਾਣੇ ਬਣ ਕੇ ਜਿਹੜਾ ਆਪਣਾ ਅਹੁਦਾ ਹੈ, ਉਹ ਜਿੱਥੇ ਜੋੜਾ ਲਾ ਕੇ ਆਉਣੇ ਆ ਉਹਦਾ ਉੱਥੇ ਹੀ ਰੱਖ ਆਇਆ ਕਰੀਏ ਨਾ, ਆਪਣਾ ਉਹਦਾ ਉੱਥੇ ਰੱਖ ਕੇ ਇੱਥੇ ਤੇ ਗੁਰੂ ਕੇ ਸਿੱਖ ਨਿਮਾਣੇ ਸਿੱਖ ਬਣ ਕੇ ਆਉਣਾ ਹੈ। ਫਿਰ ਇੱਥੋਂ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਕੱਲਾ ਨੀਵੇਂ ਹੋ ਕੇ ਆਉਣ ਵਾਸਤੇ ਹੀ ਨਹੀਂ ਮਹਾਰਾਜ ਨੇ ਆਖਿਆ। ਬਾਣੀ ਚ ਤੇ ਗੁਰੂ ਸਾਹਿਬ ਕਹਿੰਦੇ ਤੂੰ ਮਰ ਕੇ ਆ, ਮੈਂ ਤੈਨੂੰ ਫਿਰ ਜਿਉਂਦਾ ਕਰਾਂਗਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਸਾਰਿਆਂ ਦੀ ਚਰਨ ਧੂੜੀ ਬਣ ਕੇ ਆ। ਇਹ ਹਉਮੈ ਦਾ ਮੋੜਾ ਲੱਗਾ ਹੋਇਆ ਅਗਲੇ ਪਾਸੇ, ਇਹਨੇ ਡੱਕਾ ਲਾਇਆ ਹੋਇਆ ਹੈ ਹਉਮੈ ਨੇ। ਇਹ ਪ੍ਰਭੂ ਦੇ ਨਾਲ ਮਿਲਾਪ ਹੀ ਨਹੀਂ ਹੋਣ ਦਿੰਦੀ। ਕੰਧ ਵਿਚਕਾਏ ਹੋਵੇ ਤੇ ਕੰਧ ਕਿੱਥੇ ਦੂਸਰੇ ਪਾਸੇ ਜਾਣ ਦਿੰਦੀ। ਮਹਾਰਾਜ ਨੇ ਬਾਣੀ ਚ ਆਖਿਆ ਹਉਮੈ ਦੀ ਕੰਧ ਵਾ। ਇਨਸਾਨ ਤੇ ਭਗਵਾਨ ਦੇ ਵਿਚਕਾਰ ਹਉਮੈ ਨੇ ਕੰਧ ਕੀਤੀ ਹੋਈ ਹੈ। ਇਹਨੂੰ ਪਾਲ ਵੀ ਆਖਿਆ ਹੈ, ਪੜਦਾ ਹੋਇਆ ਇਹ ਅਗਿਆਨ ਦਾ, ਹਉਮੈ ਦਾ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੈ ਕੂੜ ਦੀ ਪਾਲ, ਝੂਠ ਦੀ ਪਾਲ ਹੀ ਹੈ, ਕਿਉਂਕਿ ਸੱਚੀ ਤੇ ਹੈ ਨਹੀਂ ਹਉਮੈ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਅਗਮ ਰੂਪ ਨੂੰ ਪ੍ਰਾਪਤ ਕੀਤਾ ਨਾ, ਫਿਰ ਹਉਮੈ ਦਾ ਜਿਹੜਾ ਇਹ ਮੋੜਾ ਦਰਵਾਜ਼ਾ ਸੀ ਨਾ, ਇਹ ਵੀ ਟੁੱਟ ਗਿਆ। ਤੇ ਦੂਸਰਾ ਮੋੜਾ ਦਾ ਅਰਥ ਕੀਤਾ ਹੈ ਚੰਦਰਾ ਮੋਹ। ਮਹਾਂਪੁਰਖਾਂ ਨੇ ਅਰਥ ਕੀਤਾ ਹਉਮੈ ਟੁੱਟਾ ਮੋਹੜਾ। ਕਹਿੰਦੇ ਹਉਮੈ ਵੀ ਟੁੱਟ ਗਏ ਤੇ ਫਿਰ ਜਿਹੜਾ ਮੋੜਾ ਇਹ ਚੰਦਰਾ ਮੋਹ ਸੀ ਨਾ, ਦੁਖਦਾਈ, ਇਹ ਦੁੱਖ ਦੇਣ ਵਾਲਾ ਮੋਹ ਸੀ, ਮੋਹ ਰੂਪੀ ਮੋੜਾ ਵੀ ਟੁੱਟ ਗਿਆ। ਇੱਕ ਸੱਚ ਨਾਮ ਆਧਾਰ, ਇੱਕ ਸੱਚੇ ਨਾਮ ਦਾ ਹੀ ਆਧਾਰ ਆਸਰਾ ਪ੍ਰਾਪਤ ਹੋਇਆ। ਇੱਕ ਸੱਚੇ ਨਾਮ ਦਾ ਆਸਰਾ ਗੁਰਮੁਖਾਂ ਨੂੰ ਮਿਲ ਗਿਆ। ਜਨ ਨਾਨਕ ਲੱਗਾ ਸੇਵ ਹਰ, ਐਸਾ ਜਨ ਫਿਰ ਲੱਗ ਗਿਆ ਹਰੀ ਪਰਮੇਸ਼ਰ ਦੀ ਸੇਵਾ ਦੇ ਵਿੱਚ, ਭਗਤੀ ਦੇ ਵਿੱਚ। ਸਗਲ ਸੰਸਾਰ, ਉਹ ਸਾਰੇ ਸੰਸਾਰ ਦੇ ਵਿੱਚੋਂ ਫਿਰ ਉਧਰ ਗਿਆ ਐਸਾ ਪ੍ਰਭੂ ਦਾ ਸੇਵਕ। ਸਾਰੇ ਸੰਸਾਰ ਵਿੱਚ ਉਹਦਾ ਉਧਾਰ ਹੋ ਗਿਆ। ਅਥਵਾ ਜਿਹੜੇ ਜਿਹੜੇ ਸੰਸਾਰ ਨੇ ਉਸ ਜਨ ਦੀ ਸੰਗਤ ਕੀਤੇ, ਉਹ ਸਾਰਾ ਸੰਸਾਰ ਵੀ ਉਸ ਗੁਰਮੁਖ ਦੇ ਨਾਲ ਮਿਲ ਕਰਕੇ ਨਾਮ ਜਪ ਕਰਕੇ ਉਧਰ ਗਿਆ। ਜਿਨੀ ਨਾਮ ਧਿਆਇਆ ਉਹ ਤਾਂ ਤਰਿਆ ਹੀ ਹੈ ਨਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਿਤਨੀ ਸ੍ਰਿਸ਼ਟੀ ਉਸ ਨਾਲ ਸੰਗਤ ਕਰਕੇ ਉਹਦਾ ਵੀ ਛੁਟਕਾਰਾ ਹੋ ਗਿਆ। ਸਾਰਾ ਸੰਸਾਰ ਤੋਂ ਭਾਵ ਇਹ ਹੈ ਵੀ ਜਿੰਨੇ ਸੰਸਾਰ ਦੇ ਜੀਵਾਂ ਨੇ ਉਸ ਗੁਰਮੁਖ ਦੀ ਸੰਗਤ ਕੀਤੀ, ਉਹਦਾ ਬਚਨ ਮੰਨਿਆ, ਉਹ ਵੀ ਸਾਰਾ ਸੰਸਾਰ ਉਧਰ ਗਿਆ। ਹਾਂਜੀ, ਪੌੜੀ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਕਿ ਪ੍ਰਭੂ ਦੀ ਜੋ ਸਿਫਤ ਹੈ, ਪ੍ਰਭੂ ਦੀ ਜੋ ਸਲਾਹੁਣਾ ਹੈ, ਜੋ ਵਾਹਿਗੁਰੂ ਪਰਮੇਸ਼ਰ ਦੀ ਸਲਾਹ ਹੈ, ਜੋ ਭਗਤੀ ਕਰਨੀ ਹੈ, ਸਿਫਤ ਸਲਾਹ ਕਰਨੀ ਹੈ, ਇਹ ਸੰਸਾਰ ਵਿੱਚ ਕਿਸੇ ਵਿਰਲੇ ਗੁਰਮੁਖ ਨੂੰ ਪਰਮੇਸ਼ਰ ਨੇ ਦਿੱਤੀ ਹੈ। ਜਿਹੜੀ ਸੰਗਤ ਵਿੱਚ ਬੈਠ ਕਰਕੇ ਪ੍ਰਭੂ ਦੀ ਸਿਫਤ ਸਲਾਹਣ, ਸਿਫਤ ਤੇ ਸਲਾਹ ਕਰਨੀ ਹੈ, ਆਪ ਵੀ ਜਪਣਾ ਹੈ, ਹੋਰਨਾਂ ਨੂੰ ਵੀ ਜਪਾਉਣਾ, ਇਹਨੂੰ ਸਿਫਤ ਸਲਾਹ ਆਖਿਆ ਹੈ। ਰਲ ਮਿਲ ਕੇ ਸੰਗਤ ਵਿੱਚ ਜੋ ਸਿਫਤ ਸਲਾਹ ਕਰਨੀ ਹੈ, ਕੱਲਿਆਂ ਬੈਠ ਕੇ ਜੋ ਭਗਤੀ ਕਰਨੀ, ਨਾਮ ਜਪਣਾ ਹੈ, ਵਿਰਲੇ ਦਿੱਤੀਆਂ ਨੇ, ਕਿਸੇ ਵਿਰਲੇ ਨੂੰ ਇਹ ਦਾਤ ਦਿੱਤੀ ਹੈ। ਜਿਸ ਵਾਹਿਗੁਰੂ ਪਰਮੇਸ਼ਰ ਨੇ ਜਿਸ ਜੀਵ ਨੂੰ ਇਹ ਨਾਮ ਦਾ ਭਉ ਭਗਤੀ ਦਾ ਭੰਡਾਰਾ ਸੌਂਪ ਦਿੱਤਾ, ਬਖਸ਼ ਦਿੱਤਾ ਹੈ, ਫਿਰ ਪ੍ਰਭੂ ਨੇ ਪੁੱਛ ਕੇ ਦੁਬਾਰਾ ਵਾਪਸ ਨਹੀਂ ਲਿਆ। ਜਿਹੜੀ ਦਾਤ ਇੱਕ ਨਹੀਂ ਦੇ ਦਿੱਤੀ ਨਾ, ਤੇ ਮਹਾਰਾਜ ਕਹਿੰਦੇ ਹੁਣ ਖਾ ਖਰਚ ਵੰਡ ਵਰਤ, ਇਹ ਸਾਰਾ ਕੋਈ ਤੈਨੂੰ ਦੇ ਦਿੱਤਾ ਹੈ।
ਭਗਤੀ ਦਾ ਭੰਡਾਰਾ ਜਦੋਂ ਦੇ ਦਿੱਤਾ ਫਿਰ ਪੁੱਛ ਕੇ ਵਾਪਸ ਨਹੀਂ ਲਿਆ ਹੈ, ਬਖਸ਼ਿਸ਼ ਕਰ ਦਿੱਤੀ ਹੈ। ਜਿਸਨੂੰ ਲੱਗਾ ਰੰਗ ਜਿਸ ਜੀਵ ਨੂੰ ਨਾਮ ਦਾ ਰੰਗ ਲੱਗਾ ਹੈ, ਨਾਮ ਦਾ ਪ੍ਰੇਮ ਲੱਗਾ ਹੈ, ਇਹ ਰੰਗ ਰਤਿਆ ਮਹਾਰਾਜ ਕਹਿੰਦੇ ਉਹ ਤਨ ਕਰਕੇ ਵੀ ਮਨ ਕਰਕੇ ਵੀ ਪ੍ਰਭੂ ਦੇ ਰੰਗ ਪ੍ਰੇਮ ਵਿੱਚ ਰੰਗਿਆ ਗਿਆ। ਉਹਨਾਂ ਇੱਕੋ ਨਾਮ ਆਧਾਰ ਉਹਨਾਂ ਗੁਰਮੁਖਾਂ ਨੂੰ ਇੱਕ ਨਾਮ ਦਾ ਹੀ ਆਸਰਾ ਹੈ, ਆਧਾਰ ਆਸਰਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਉਹਨਾਂ ਨੂੰ ਇੱਕੋ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਹੋਰ ਕਿਸੇ ਦਾ ਆਸਰਾ ਨਹੀਂ ਹੈ। ਕਾ ਮਨ ਭੱਤਿਆ ਤੇ ਇੱਕੋ ਹੀ ਉਹਨਾਂ ਨੂੰ ਭੱਤਿਆ, ਉਹਨਾਂ ਨੂੰ ਭੱਤਾ ਵੀ ਨਾਮ ਦਾ ਹੀ ਮਿਲਿਆ ਹੈ। ਆਮ ਹੀ ਬੋਲੀ ਵਿੱਚ ਕਹਿੰਦਾ ਨਾ, ਕਹਿੰਦੇ ਵੀ ਇੰਨੀ ਕਿ ਤਾਂ ਸਾਨੂੰ ਤਨਖਾਹ ਮਿਲਦੀ ਤੇ ਨਾਲ ਆ ਭੱਤਾ ਜਿਹਾ ਵੀ ਲੱਗ ਜਾਂਦਾ ਹੈ। ਉਹਨਾਂ ਨੂੰ ਨਾਮ ਦਾ ਹੀ ਭੱਤਾ ਮਿਲਦਾ ਹੈ, ਜਿਹੜਾ ਵਿਸ਼ੇਸ਼ ਕਰਕੇ ਵਾਹਿਗੁਰੂ ਦੀ ਬਖਸ਼ਿਸ਼ ਮਿਲਦੀ ਹੈ। ਭੱਤਿਆ ਦਾ ਅਰਥ ਖੁਰਾਕ ਵੀ ਕੀਤਾ ਮਹਾਂਪੁਰਖਾਂ ਨੇ, ਉਹਨਾਂ ਨੂੰ ਨਾਮ ਦੀ ਖੁਰਾਕ ਮਿਲਦੀ ਹੈ। ਉਹਨਾਂ ਪਿੱਛੇ ਜਗ ਫਿਰ ਉਹ ਨਾਮ ਦਾ ਆਸਰਾ ਲੈ ਕੇ ਤੇ ਨਾਮ ਦੀ ਖੁਰਾਕ ਲੈ ਕਰਕੇ ਇਕੱਲੇ ਆਪ ਹੀ ਨਹੀਂ ਖਾਂਦੇ, ਉਹ ਇਹਨੂੰ ਵੰਡਦੇ ਆ, ਕਿਉਂਕਿ ਖਜ਼ਾਨਾ ਮੁੱਕਣ ਵਾਲਾ ਨਹੀਂ, ਵੰਡਿਆ ਵੱਧਦਾ ਹੈ। ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਉਹਨਾਂ ਪਿੱਛੇ ਜਗ, ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਪਿੱਛੇ ਲੱਗ ਕੇ ਸਾਰਾ ਜੱਗ ਹੀ ਚੈ ਭੋਗਈ ਭੋਗਈ। ਜਿਹੜਾ ਉਹਨਾਂ ਨੂੰ ਪਦਾਰਥ ਮਿਲਿਆ ਨਾ, ਨਾਮ ਦਾ ਪਦਾਰਥ, ਨਾਮ ਦਾ ਜਿਹੜਾ ਭੱਤਾ ਮਿਲਿਆ, ਖੁਰਾਕ ਮਿਲੀ ਹੈ, ਉਹ ਆਪ ਵੀ ਉਸ ਨੂੰ ਪੁੰਚਦੇ ਆ, ਛਕਦੇ ਆ, ਤੇ ਜੱਗ ਵੀ ਸਾਰਾ ਪੁੰਚਦਾ ਹੈ, ਭੋਗਦਾ ਹੈ। ਸੋ ਛਕਦਾ ਹੈ ਉਸ ਨਾਮ ਦੇ ਪਦਾਰਥ ਨੂੰ, ਉਹ ਵੰਡਦੇ ਆ ਪ੍ਰਭੂ ਦੇ ਪਿਆਰੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਇੱਕ ਥਾਲ ਹੈ, ਤੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਤਿੰਨ ਵਸਤੂਆਂ ਪਾਈਆਂ ਹਨ। ਉਂਝ ਬੁਝਾਰਤ ਪਾਈ ਮਹਾਰਾਜ ਸਾਹਿਬ ਜੀ ਨੇ, ਮੁੰਦਾਵਣੀ ਮਹੱਲਾ ਪੰਜਵਾ। ਮੁੰਦਾਵਣੀ ਕਹਿੰਦੇ ਆ ਬੁਝਾਰਤ ਨੂੰ। ਮਹਾਂਪੁਰਖ ਕਹਿੰਦੇ ਪੋਠੋਹਾਰ ਦੇ ਇਲਾਕੇ ਵਿੱਚ ਉਧਰ ਦੀ ਬੋਲੀ ਹੈ, ਤੇ ਉਹ ਕਹਿੰਦੇ ਕੀ ਮੁੰਦਾਵਣੀਆਂ ਪਾਈ ਜਾਣਾ ਹੈ, ਕੀ ਬੁਝਾਰਤਾਂ ਪਾਈ ਜਾਣਾ ਹੈ, ਵੀ ਸਿੱਧੀ ਪੱਧਰੀ ਗੱਲ ਕਰ। ਮਹਾਰਾਜ ਸਾਹਿਬ ਜੀ ਨੇ ਇਹ ਤਿੰਨ ਵਸਤੂਆਂ ਵਿੱਚ ਆਖਿਆ ਰੱਖੀਆਂ, ਪਰ ਗਿਣਤੀ ਚੌਹਾਂ ਦੀ ਕੀਤੀ ਹੈ। ਮਹਾਰਾਜ ਕਹਿੰਦੇ ਬੁੱਝੋ ਹਾਂ ਬੁਝਾਰਤ ਭਾਈ ਸਾਡੀ। ਥਾਲ ਵਿੱਚ ਤਿੰਨ ਵਸਤੂ ਪਈਓ, ਤਿੰਨ ਗਿਣ ਕੇ, ਇੱਕ ਦੋ ਤਿੰਨ ਵਸਤੂਆਂ ਪਾਈਆਂ ਥਾਲ ਦੇ ਵਿੱਚ। ਉਹ ਕਿਹੜੀ ਕਿਹੜੀ? ਸਤ ਸੰਤੋਖ ਵਿਚਾਰੋ, ਇੱਕ ਸਤ ਹੈ, ਦੂਸਰਾ ਸੰਤੋਖ ਹੈ, ਤੀਸਰੀ ਵਿਚਾਰ ਹੈ। ਅੰਮ੍ਰਿਤ ਨਾਮ ਠਾकुर का पयो जिसका सबस आधारो, चौथा फिर अमृत नाम हो गया, मालक ਦਾ ਜੀ ਦਾ ਸਾਰਾ ਹੀ ਆਸਰਾ ਹੈ। ਹੁਣ ਪਿੱਛੇ ਤਿੰਨ ਆਖਿਆ, ਅੱਗੇ ਗਿਣਤੀ ਚੌਹਾਂ ਦੀ ਹੋ ਗਈ। ਇਹਦਾ ਫਿਰ ਮਹਾਂਪੁਰਖ ਵਿਚਾਰ ਕਰਦੇ ਹੋ, ਕਹਿੰਦੇ ਵੀ ਇਹ ਬੁਝਾਰਤ ਪਾਈ ਹੈ ਨਾ, ਇਹਦਾ ਅਰਥ ਇਸ ਤਰ੍ਹਾਂ ਕੀਤਾ ਜਾਂਦਾ ਵੀ ਇੱਕ ਵਸਤੂ ਸਤ ਹੈ, ਦੂਸਰੀ ਸੰਤੋਖ ਹੈ, ਵਿਚਾਰੋ ਭਾਵ ਇਸ ਗੱਲ ਨੂੰ ਵਿਚਾਰ ਲਓ। ਤੇ ਤੀਜਾ ਜਿਹੜਾ ਪਦਾਰਥ ਹੈ ਉਹ ਅੰਮ੍ਰਿਤ ਨਾਮ ਠਾकुर का पयो, ਤੀਜਾ ਹੈ ਅੰਮ੍ਰਿਤ ਨਾਮ ਹੈ ਮਾਲਕ ਦਾ, ਜਿਸ ਕਾ ਸਬਸ ਆਧਾਰੋ, ਜਿਸ ਨੂੰ ਸਾਰੀ ਸ੍ਰਿਸ਼ਟੀ ਨੂੰ ਹੀ ਆਸਰਾ ਹੈ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਕੋਈ ਇਸ ਪਦਾਰਥ ਨੂੰ ਛਕਦਾ ਹੈ, ਪੁੰਚਦਾ ਹੈ, ਹਜਮ ਕਰਦਾ ਹੈ, ਪੁੰਚੈ ਦੂਸਰਿਆਂ ਨੂੰ ਵੰਡਦਾ ਹੈ, ਦੋਨਾਂ ਦਾ ਹੀ ਉਧਾਰ ਹੁੰਦਾ ਹੈ। ਉਹਨਾਂ ਪ੍ਰਭੂ ਦੇ ਪਿਆਰਿਆਂ ਦੇ ਪਿੱਛੇ ਉਹਨਾਂ ਦੀ ਸੰਗਤ ਕਰਕੇ ਜੱਗ ਵੀ ਇਹ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਕੇ ਛਕਦਾ ਹੈ। ਪਿਆਰਾ ਰੱਬ ਮਹਾਰਾਜ ਕਹਿੰਦੇ ਉਹਨਾਂ ਪ੍ਰਭੂ ਦੇ ਪਿਆਰਿਆਂ ਦਾ ਰੱਬ ਵੀ ਉਹਨਾਂ ਨਾਲ ਪਿਆਰ ਕਰਦਾ ਹੈ। ਉਹਨਾਂ ਪਿਆਰਾ ਰੱਬ, ਉਹਨਾਂ ਨੂੰ ਪਿਆਰਾ ਹੈ ਰੱਬ, ਉਹਨਾਂ ਨੇ ਪ੍ਰਭੂ ਦੇ ਨਾਲ, ਰੱਬ ਦੇ ਨਾਲ ਪਿਆਰ ਕੀਤਾ ਹੈ। ਨਾਹ ਜੋਗਈ ਤੇ ਪਰਮੇਸ਼ਰ ਵਾਹਿਗੁਰੂ ਜੀ ਨੇ ਉਹ ਨਾਹ ਉਹਨਾਂ ਨੂੰ ਜੋਗਾ ਹੀ ਜੋਗ ਕਰ ਦਿੱਤਾ ਹੈ, ਲਾਇਕ ਕਰ ਦਿੱਤਾ ਹੈ, ਆਪਣੇ ਪ੍ਰਵਾਨ ਕਰਨ ਦੇ ਲਾਇਕ ਬਣਾ ਲਿਆ, ਉਹਨਾਂ ਨੂੰ ਆਪਣੇ ਜੋਗੇ ਬਣਾ ਲਿਆ ਹੈ। ਉਹ ਨਾਹਾ ਜੋਗਾ ਹੀ, ਤੇ ਰੱਬ ਦੇ ਨਾਲ ਉਹ ਪਿਆਰ ਕਰਦੇ ਆ, ਉਹਨਾਂ ਨੂੰ ਪਿਆਰਾ ਹੈ ਰੱਬ, ਤੇ ਰੱਬ ਨੂੰ ਪਿਆਰੇ ਆ ਉਹ। ਇਸ ਕਰਕੇ ਉਹ ਨਾਹਾ ਜੋਗਾ ਹੀ। ਰੱਬ ਨੇ ਵੀ ਕਹਿ ਦਿੱਤਾ ਕਿ ਜੇ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ ਨਾ, ਇਸ ਕਰਕੇ ਰੱਬ ਵੀ ਫਿਰ ਉਹ ਨਾਹਾ ਜੋਗਾ ਹੀ, ਉਹਨਾਂ ਦੇ ਜੋਗਾ ਹੀ ਆ। ਰੱਬ ਨੇ ਕਹਿ ਦਿੱਤਾ ਮੈਂ ਵੀ ਤੁਹਾਡੇ ਜੋਗਾ ਹੀ ਹਾਂ, ਤੁਸੀਂ ਮੇਰੇ ਜੋਗੇ ਹੋ, ਮੇਰੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਹੈ, ਪਰ ਮੈਂ ਤੁਹਾਡੇ ਪਿਆਰ ਵਿੱਚ ਚੱਲਾਂਗਾ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਇਸੇ ਕਰਕੇ ਭਗਤਾਂ ਨੂੰ ਦਰਸ਼ਨ ਵੀ ਦਿੱਤੇ,
ਪ੍ਰਸ਼ਾਦਾ ਵੀ ਛਕਿਆ, ਲੱਸੇ ਵੀ ਪੀਤੇ, ਖੂਹ ਵੀ ਗੇੜਿਆ ਤੇ ਮੱਝਾਂ ਗਾਵਾਂ ਵੀ ਚਾਰੀਆਂ ਰੱਬ ਨੇ। ਕਈ ਕਾਰਜ ਕੀਤੇ ਸਾਰੇ ਭਗਤਾਂ ਦੇ, ਕਿੰਨਾ ਲੰਮਾ ਇਤਿਹਾਸ ਹੈ। ਜੇ ਕਹਿ ਦਿੱਤਾ ਭਾਈ ਜੋਗਾ ਸਿੰਘਾ ਤੂੰ ਕਿਹਦੇ ਜੋਗਾ, ਆਖਿਆ ਜੀ ਮੈਂ ਸਤਿਗੁਰੂ ਤੁਹਾਡੇ ਜੋਗਾ, ਤੇ ਮਹਾਰਾਜ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਵੀ ਜੋਗਾ ਸਿੰਘ ਜੋਗਾ, ਉਹ ਨਾਹਾ ਜੋਗਾ ਹੀ, ਉਹ ਰੱਬ ਵੀ ਉਹਨਾਂ ਜੋਗਾ ਹੀ ਹੈ। ਜਿਸ ਮਿਲਿਆ ਮੋਰਿਆਏ। ਇਹ ਭਾਈ ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਸ ਜੀਵ ਨੂੰ ਮਨੁੱਖਾ ਜਨਮ ਵਿੱਚ ਗੁਰੂ ਆ ਕੇ ਮਿਲ ਪਿਆ ਹੈ। ਤਿਨ ਪ੍ਰਭ ਜਾਣਿਆ। ਤਿੰਨਾਂ ਜੀਵਾਂ ਨੇ ਪ੍ਰਭੂ ਨੂੰ ਜਾਣਿਆ, ਦੂਜਿਆਂ ਨੇ ਨਹੀਂ ਜਾਣਿਆ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਉਹਨਾਂ ਨੇ ਪ੍ਰਭੂ ਨੂੰ ਜਾਣ ਲਿਆ। ਬਲਿਹਾਰੀ ਤਿਨ। ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਗੁਰਮੁਖਾਂ ਤੋਂ, ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ ਖਸਮੈ ਭਾਣਿਆ। ਜਿਹੜੇ ਮਾਲਕ ਖਸਮ ਦੇ ਭਾਣੇ ਵਿੱਚ ਚੱਲਦੇ ਆ, ਜਿਹੜੇ ਖਸਮ ਮਾਲਕ ਨੂੰ ਭਾ ਗਏ, ਜਿਨ੍ਹਾਂ ਨੇ ਵਾਹਿਗੁਰੂ ਦਾ ਭਾਣਾ ਮੰਨਿਆ, ਪ੍ਰਭੂ ਦੀ ਬੰਦਗੀ ਕੀਤੀ, ਗੁਰੂ ਕੀ ਸਿੱਖੀ ਧਾਰਨ ਕੀਤੀ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਇਹ ਮਹਾਰਾਜ ਸਾਹਿਬ ਜੀ ਨੇ 958 ਅੰਗ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਚੌਥੀ ਪੌੜੀ ਸ਼ਲੋਕਾਂ ਦੇ ਸਹਿਤ ਰਾਮਕਲੀ ਦੀ ਦੂਸਰੀ ਵਾਰ ਦੇ ਅੰਦਰ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ। ਜਿਸ ਮਿਲਿਆ ਮੋਰਿਆਏ। ਤਿਨ ਪ੍ਰਭ ਜਾਣਿਆ। ਬਲਿਹਾਰੀ ਤਿਨ। ਇਹ ਖਸਮੈ ਭਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।